ਜਸ ਟੀਵੀ ਦੇਖ ਰਹੇ ਹੋ ਤੁਸੀਂ। ਮੈਂ केपी ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਦੇਸ਼ ਦੇ ਅੱਗੇ ਇੱਕ ਬਹੁਤ ਸ਼ਰਮਸਾਰ ਕਰਨ ਵਾਲਾ ਵੀਡੀਓ ਆਇਆ, ਤਸਵੀਰਾਂ ਆਈਆਂ। ਉਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ। ਜੋ ਤਸਵੀਰਾਂ ਅਸੀਂ ਪਹਿਲੀ ਵਾਰ ਦੇਖੀਆਂ ਤਾਂ ਸਮਝ ਨਹੀਂ ਆ ਰਿਹਾ ਸੀ ਅਸੀਂ ਇਹ ਤਸਵੀਰਾਂ ਕਿੱਥੋਂ ਦੀਆਂ ਦੇਖ ਰਹੇ ਹਾਂ। ਮਨੀਪੁਰ ਹਿੰਸਾ ਦਾ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ। ਸੰਸਦ ਦੀ ਕਾਰਵਾਈ ਸ਼ੁਰੂ ਹੁੰਦੀ ਹੈ, ਉਸ ਵੇਲੇ ਸਵਾਲ ਹੁੰਦਾ प्रधान मंत्री साहब दर्ज जताते हैं, मणिपुर के मुख्य मंत्री बड़े बड़े दावे करते हैं तो उन्होंने दाव्या के विचाले देश सवाल कर रहा है कि क्यों बेकाबू होया मणिपुर, की कर रही सरकार। बड़ा सवाल असीं ये पूछ रहे हैं कि मणिपुर हिंसा तो मुल्क को मिले दर्द ने किस किस नूं नंगा किया। इस सवाल ते बहस हो गई। पैनल साडे नाल है, तारफ करा रहे हैं प्रेस अविनाश सिंह, सीनियर जर्नलिस्ट ने। प्रेस अविनाश सिंह नूं नॉर्थ ईस्ट दी सारी स्थिति हैगी उस बारे भी बहुत चंगी तरह पता है, तो प्रेस अविनाश सिंह नूं जो राजधानी में हो रहा उस बारे भी बहुत चंगी तरह पता है। बहुत लंबा तजर्बा इन्हां दा प्रेस अविनाश सिंह का पत्रकारिता के खेत्र में। प्रेस अविनाश सिंह सर बहुत स्वागत है सर तुहाडा। एडवोकेट अशोक सरीन भारतीय जनता पार्टी स्पोक्सपर्सन ने। मिस्टर सरीन तुहाडा बहुत स्वागत है। एडवोकेट APS खड़ियाल, अर्शप्रीत सिंह खड़ियाल कांग्रेस चीफ स्पोक्सपर्सन ने। मिस्टर खड़ियाल तुहाडा बहुत स्वागत है। एडवोकेट शशिवीर शर्मा आम आदमी पार्टी स्पोक्सपर्सन ने। मिस्टर शर्मा तुहाडा बहुत स्वागत है। अशोक सरीन मैं बड़ा सीधा सवाल कर रहा सर, मणिपुर दे विच स्थिति नहीं संभाली जाती तो मुख्यमंत्री ला क्यों नहीं देंदे? देखो KP जी, ਜਿਹੜੀ ਮਨੀਪੁਰ ਦੇ ਅੰਦਰ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਇਹ ਮੈਂ ਸਮਝਦਾ ਦੇਸ਼ ਦੇ ਲਈ ਨਹੀਂ, ਇਹ ਸਮੁੱਚੀ ਮਾਨਵਤਾ ਲਈ ਜਿਹੜੀ ਹੈ ਇਹ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਹੈ। ਔਰ ਜਿੱਥੇ ਤੱਕ ਹੈ ਮੁੱਖ ਮੰਤਰੀ ਉਤਾਰਨ, ਮੈਂ ਸਮਝਦਾ ਕਿ ਇਹ ਰਾਜਨੀਤੀ ਵਾਲਾ ਇਸ਼ੂ ਨਹੀਂ ਹੈ, ਪਰ ਜ਼ਿੰਮੇਵਾਰੀ ਹੈ ਸਾਡੀ ਸਰਕਾਰ ਦੀ। ਔਰ ਇਸ ਤੋਂ ਕਿਸੇ ਵੀ ਪ੍ਰਕਾਰ ਨਾਲ ਨਾ ਅਸੀਂ ਭੱਜ ਸਕਦੇ ਹਾਂ ਨਾ ਭੱਜਦੇ ਹਾਂ। ਸਾਡੀ ਸਰਕਾਰ ਜਿਹੜੀ ਹੈ ਪੂਰਨ ਰੂਪ ਚ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਵੀ ਲੋਕ ਸਭਾ ਦੇਸ਼ ਦਾ ਲੋਕਤੰਤਰ ਦਾ ਮੰਦਿਰ ਹੈ, ਉੱਥੇ ਖੜੇ ਹੋ ਕੇ ਦੇਸ਼ ਨੂੰ ਦੱਸਿਆ ਕਿ ਅਸੀਂ ਇਹ ਕਰਨਾ ਅਸੀਂ ਇਹ ਕਰਾਂਗੇ। ਅਸੀਂ ਕੋਈ ਵੀ ਦੋਸ਼ੀ मैं सर वजह दसदा सरीन साहब, मैं वजह दसदा सर अस्तीफा क्यों मांग रही है अपोजिशन, क्यों लोग अस्तीफा मांगते पे हैं। मैनू दसो सर FIR कितनी तरीक को हुई है सर इस पूरे मामले में? आप वायरल वीडियो के मामले गल कर रहे हैं मैं। ਜੇ FIR ਦੇ ਵਿੱਚ ਦੇਰੀ ਹੋਈ ਹੈ, ਜੇ ਦੇਰੀ ਹੋਈ ਹੈ ਤੇ ਸਰ ਮੈਨੂੰ ਕਰੈਕਟ ਕਰ ਦਿਓ ਸਰ। 4 ਮਈ ਦੀ ਘਟਨਾ ਸਰ, 18 ਮਈ ਦੀ ਸ਼ਿਕਾਇਤ ਹੈ ਸਰ, 21 ਜੂਨ ਦੀ FIR ਸਰ। ਦੱਸੋ ਹੁਣ ਅਸਤੀਫਾ ਨਾ ਮੰਗੀਏ ਤਾਂ ਕੀ ਕਰੀਏ ਸਰ? ਮੈਂ ਤਾਂ ਦੇਖੋ ਅਸਤੀਫਾ ਨਹੀਂ, ਜੇ ਇਹਦੇ ਵਿੱਚ ਕਿਤੇ ਕਿਸੇ ਤਰ੍ਹਾਂ ਦੀ ਸਾਡੀ ਜੇ ਸਰਕਾਰ ਦੀ ਉਹਦੇ ਵਿੱਚ ਕਮੀ ਹੁੰਦੀ, ਕਿਉਂਕਿ FIR ਕਰਨੀ ਸੀਗੀ। FIR ਕਰਨ ਦੇ ਲਈ ਉਹਦੇ ਜਿਹੜੇ ਸਾਰੇ ਜਿਹੜੇ ਹੈ ਕੌਣ ਲੋਕ ਇਹਦੇ ਪਿੱਛੇ ਹੈ ਉਹ ਸਾਰਾ ਪੁਲਿਸ ਨੂੰ ਕਿਹਾ ਹੈ ਜੀ। ਇਹਦੇ ਉੱਤੇ ਕਿਸੇ ਪ੍ਰਕਾਰ ਦਾ ਕਿਸੇ ਵੀ ਦੋਸ਼ੀ ਨੂੰ ਕੋਈ ਵੀ ਸਹਿਯੋਗ ਜਾਂ ਕਿਸੇ ਵੀ ਪ੍ਰਕਾਰ ਨਾਲ ਨਰਮੀ ਨਹੀਂ ਹੈ। ਪਰ ਇੱਕ ਇਹਦੇ ਵਿੱਚ ਜਿਹੜੀ ਕੰਪਲਿਕੇਸ਼ਨਸ ਆ ਰਹੀਆਂ ਕਿ ਉੱਥੇ ਜਿਹੜੇ ਜਿਹੜਾ ਰਿਫਟ ਬਿਟਵੀਨ ਦੀ ਕਮਿਊਨਿਟੀਜ਼ ਪੈਦਾ ਕਰ ਦਿੱਤਾ ਗਿਆ ਹੈ, ਉਹ ਜਿਹੜਾ ਰਿਫਟ ਹੈ ਉਹ ਜਿਹੜਾ ਜਾਨਲੇਵਾ ਬਣਦਾ ਜਾ ਰਿਹਾ। ਔਰ ਉਸ ਰਿਫਟ ਨੂੰ ਦੂਰ ਕਰਨ ਦੇ ਲਈ ਸਰਕਾਰ ਹਰ ਪ੍ਰਕਾਰ ਦਾ ਪ੍ਰਯਾਸ ਕਰ ਰਹੀ ਹੈ, ਚਾਹੇ ਉਹ ਉਹਨਾਂ ਨਾਲ ਡਾਇਲੌਗ ਦੇ ਰਾਹੀਂ, ਚਾਹੇ ਉਹਨਾਂ ਦੀਆਂ ਕਮਿਊਨਿਟੀ ਦੀ ਮੀਟਿੰਗਸ ਦੇ ਰਾਹੀਂ, ਕਿਉਂਕਿ ਇਹ ਰਿਫਟ ਕਿਤੇ ਅੱਜ ਪੈਦਾ ਨਹੀਂ ਹੋਇਆ ਔਰ ਸਾਡੀ ਸਰਕਾਰ ਨੇ ਰਿਫਟ ਪੈਦਾ ਨਹੀਂ ਕੀਤਾ। ਪਰ ਅਸੀਂ ਕਿਸੇ ਵੀ ਸਰਕਾਰ ਦੇ ਸਾਡੀ ਸਰਕਾਰ ਕਿਸੇ ਵੀ ਕਮਿਊਨਿਟੀ ਦੇ ਕਿਸੇ ਵੀ ਵਿਅਕਤੀ ਨੂੰ ਚਲੋ ਸਰੀਨ ਸਾਹਿਬ ਮੈਂ ਉਸ ਵੀਡੀਓ ਨੂੰ ਪਾਸੇ ਰੱਖ ਕੇ ਤੁਹਾਡੇ ਤੋਂ ਸਵਾਲ ਕਰਦਾ। ਮਣੀਪੁਰ ਹਿੰਸਾ ਦੇਸ਼ ਦੇ ਲਈ, ਦੇਸ਼ ਦੀ ਸਿਆਸਤ ਲਈ ਇੱਕ ਮਾਡਲ ਹੈ ਜਾਂ ਮਣੀਪੁਰ ਹਿੰਸਾ ਤੇ ਤੁਸੀਂ ਬੇਬਸ ਹੋ ਸਰੀਨ ਸਾਹਿਬ? ਮਨੀਪੁਰ ਹਿੰਸਾ ਪੂਰੇ ਦੇਸ਼ ਦੇ ਲਈ ਇੱਕ ਚੁਣੌਤੀ ਵੀ ਹੈ, ਦੇਸ਼ ਨੂੰ ਸ਼ਰਮਸਾਰ ਕਰਨ ਵਾਲੀ ਵੀ ਇਹ ਇੱਕ ਘਟਨਾ ਹੈ। ਔਰ ਇਹਨੂੰ ਰਾਜਨੀਤੀ ਹਿੰਸਾ ਦੇ ਉੱਤੇ ਰਾਜਨੀਤੀ ਕਰਨਾ ਮੈਨੂੰ ਨਹੀਂ ਲੱਗਦਾ ਕਿ ਕੋਈ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਚੰਗਾ ਰਹਿਣਾ ਚਾਹੀਦਾ ਹੈ। ਔਰ ਮੈਂ ਸਮਝਦਾ ਹਾਂ ਕਿ ਇਹਦੇ ਲਈ ਸਾਡੀ ਸਰਕਾਰ ਦੀ ਕਿਤੇ ਵੀ ਜਿਹੜੀ ਹੈ ਉਹ ਕਮਜ਼ੋਰੀ ਨਹੀਂ ਹੈ। ਸਾਡੀ ਸਰਕਾਰ ਕੰਮ ਪ੍ਰਯਾਸ ਕਰ ਰਹੀ ਹੈ। ਔਰ ਸਾਡੇ ਪ੍ਰਧਾਨ ਮੰਤਰੀ ਹੋਣ, ਚਾਹੇ ਗ੍ਰਹਿ ਮੰਤਰੀ ਜੀ ਹੋਣ, ਚਾਹੇ ਉਹ ਮੁੱਖ ਮੰਤਰੀ ਜੀ ਹੋਣ, ਉਹ ਨਿਰੰਤਰ ਪ੍ਰਯਾਸ ਕਰ ਰਹੇ। ਪਰ ਮੈਂ ਸਮਝਦਾ ਹਾਂ ਕਿ ਕੁਝ ਲੋਕ, ਕਿਉਂਕਿ ਦੇਖੋ ਜਿਹੜੇ ਦੰਗੇ ਹਿੰਸਾ ਵੱਖ-ਵੱਖ ਸਰਕਾਰਾਂ ਦੇ ਸਮੇਂ 'ਚ ਵੀ ਹੋਏ, ਪਰ ਜਿਹੜੇ ਸ਼ਰਾਰਤੀ ਲੋਕ ਉਦੋਂ ਵੀ ਹੁੰਦੇ ਸੀਗੇ। ਅੱਜ ਜਿਹੜੇ ਸ਼ਰਾਰਤੀ ਲੋਕ ਇਹ ਚਾਹੁੰਦੇ ਆ ਕਿ ਸਰਕਾਰ ਡੰਡੇ ਦੇ ਨਾਲ ਕੁਚਲੇ ਕਿਸੇ ਗੱਲ ਨੂੰ ਅਸੀਂ ਉਹਦਾ ਇਸ਼ੂ ਬਣਾ ਠੀਕ ਹੈ।
ਠੀਕ ਹੈ ਸਰੀਨ ਸਾਹਿਬ। ਪ੍ਰਸਵਨਾਥ ਸਿੰਘ ਮੁੱਖ ਮੰਤਰੀ ਦਾ ਅਸਤੀਫਾ ਕਿਉਂ ਨਹੀਂ ਹੋਣਾ ਚਾਹੀਦਾ ਸਰ? ਮੁੱਖ ਮੰਤਰੀ ਦਾ ਅਸਤੀਫਾ ਅੱਜ ਤੋਂ ਨਹੀਂ, ਤੁਸੀਂ ਇਹ ਦੇਖੋ ਵੀ ਅਸੀਂ ਅੱਜ ਘਟਨਾ ਜਿਹਦਾ ਜ਼ਿਕਰ ਕਰ ਰਹੇ ਹਾਂ ਉਹ 4 ਮਈ ਦੀ ਹੈ। ਇਹਨਾਂ 2 ਮਹੀਨਿਆਂ ਦੇ ਵਿੱਚ ਜਾਂ 2.5 ਮਹੀਨਿਆਂ ਦੇ ਵਿੱਚ ਕੁਝ ਹੋਇਆ? ਕਿਸੇ ਨੂੰ ਪਹਿਲਾਂ ਤਾਂ ਤੁਸੀਂ ਇੰਟਰਨੈਟ ਬੰਦ ਕਰ ਰੱਖਿਆ ਸੀ। ਸ਼ੁਰੂ ਕਿੱਥੋਂ ਹੋਇਆ ਇੰਟਰਨੈਟ? ਵੀ ਇੱਕ ਫੇਕ ਵੀਡੀਓ ਨਾਲ ਅਟੈਕਸ ਹੋਏ। ਲੇਕਿਨ ਇਹਦੇ ਪਿੱਛੇ ਜੇ ਥੋੜਾ ਜਿਹਾ ਕਿਉਂਕਿ ਮੇਰੀ 86 ਦੇ ਵਿੱਚ ਪੋਸਟਿੰਗ ਜਿਹੜੀ ਹੈ ਉਹ ਨਾਰਥ ਈਸਟ ਵਿੱਚ ਸੀ ਹਿੰਦੁਸਤਾਨ ਟਾਈਮਸ ਲਈ। ਉਦੋਂ ਬਾਅਦ ਮੈਂ ਰੀਸੈਂਟ ਈਅਰ ਦੇ ਵਿੱਚ ਨਾਰਥ ਈਸਟ ਦੇ ਵਿੱਚ ਯੂਨੀਵਰਸਿਟੀ 'ਚ ਰਿਹਾ। ਬਹੁਤ ਸਿੱਧਾ ਜਿਹਾ ਹੈ ਜਿਹੜਾ ਅਸੀਂ ਮਨੀਪੁਰ ਦੀ ਗੱਲ ਕਰਦੇ ਹਾਂ। ਮਨੀਪੁਰ ਇੱਕ ਸੈਂਟਰ ਦੇ ਵਿੱਚ ਵੈਲੀ ਹੈ ਜਿਹੜਾ ਇੰਫਾਲ ਹੈ, ਉਹਦੇ ਆਸ-ਪਾਸ ਚਾਰੋਂ ਪਾਸੇ ਜਿਹੜੇ ਹਿਲਸ ਨੇ ਔਰ 2 ਕਮਿਊਨਿਟੀਜ਼ ਮੇਨ ਨੇ, ਮੀਤੀ ਐਂਡ ਕੁਕੀ। ਹੁਣ ਕੁਕੀਜ਼ ਦੇ ਨਾਲ ਜਿਹੜੇ ਕੁਕੀ ਸਾਰੇ ਟ੍ਰਾਈਬਲ ਨੇ, ਮੀਤੀ 53% ਜਿਹੜੇ ਪੜ੍ਹੇ ਲਿਖੇ ਨੇ, ਇਹਨਾਂ 'ਚ ਹਿੰਦੂਜ਼ ਨੇ, ਮੁਸਲਿਮਸ ਨੇ, ਬੁੱਧਿਸਟ ਨੇ। ਲੇਕਿਨ ਇੱਕ ਚੀਜ਼ ਹੋਈ ਕਿ ਜਿਹੜੇ ਹਿਲ ਸਰਾਊਂਡਿੰਗ ਹਿਲਸ ਨੇ ਉਹਨਾਂ ਦੇ ਵਿੱਚ ਜਿਹੜੇ ਬੰਦੇ ਕੁਕੀਜ਼ ਨੇ, ਕੁਕੀਜ਼ ਦੇ ਨਾਲ ਦੋਮੀ ਟ੍ਰਾਈਬ ਹੈ, ਉਹਨਾਂ ਦੇ ਨਾਲ ਹਜੇ ਤਾਂ ਨਾਗਾ ਚੁੱਪ ਬੈਠੇ ਨੇ, ਬਟ ਇਹ ਸਾਰੇ ਇਕੱਠੇ ਇਹਨਾਂ ਦਾ ਚੱਲਦਾ ਰਹਿੰਦਾ। ਇੱਕ ਵੇਲੇ ਜਿਹੜਾ ਹੈ ਕ੍ਰਿਸਚਨ ਜਿਹੜੇ ਸੀ 17% ਸੀ, ਅੱਜ ਉਹ 41% ਹੈ। ਇਹ ਇੱਕ ਪੁਆਇੰਟ ਇਹਨੂੰ ਨੋਟ ਕਰ ਲਿਓ ਜਿਹਨੂੰ ਅਸੀਂ ਬਾਅਦ ਚ ਡਿਸਕਸ ਕਰਾਂਗੇ। ਇਹਦੇ ਨਾਲ ਨਾਲ ਹੈ ਬਾਕੀ ਦੇਸ਼ ਦੇ ਵਿੱਚ ਹਿੰਦੂ ਮੁਸਲਿਮ ਚੱਲ ਰਿਹਾ ਹੈ। ਨਾਰਥ ਈਸਟ ਦੇ ਵਿੱਚ ਮੈਂ ਤੁਹਾਡੀ ਗੱਲ ਦਾ ਜਵਾਬ ਇਸੇ ਕੀ ਦਿਆਂਗਾ। ਨਾਰਥ ਈਸਟ ਦੇ ਵਿੱਚ ਪਾਰਟਿਕੂਲਰਲੀ ਮਨੀਪੁਰ ਦੇ ਵਿੱਚ ਇਸ ਵੇਲੇ ਜਿਹੜਾ ਹੈ ਹਿੰਦੂ ਕ੍ਰਿਸਚੀਅਨਸ ਬਣਾ ਦਿੱਤਾ ਜਾਂ ਕ੍ਰਿਸਚੀਅਨਸ ਐਂਡ ਅਦਰ ਕਮਿਊਨਿਟੀਜ਼। मैं ऐसे सवाल तो आगे बताऊंगा प्रसन्ननाथ सिंह। मैं ब्रेक लेनी है। मैं ऐसे सवाल इलेक्शन लड़नी है, मैं ऐसे सवाल ਅਸੀਂ पोलराइज करके लड़नी है। दिस इज नथिंग बट पोलराइजेशन। ਚਲੋ ਮੈਂ ਇਸੇ ਸਵਾਲ ਤੇ ਵਾਪਸ ਆਉਂਗਾ ਸਰ। ਮੈਂ ਇਹੀ ਸਵਾਲ ਕੀਤਾ ਸੀਗਾ, ਮਨੀਪੁਰ ਹਿੰਸਾ ਨੂੰ ਦੇਸ਼ ਦੇ ਵਿੱਚ ਮਾਡਲ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜਾਂ ਮਨੀਪੁਰ ਹਿੰਸਾ ਤੇ ਬੇਬਸ ਸਰਕਾਰ ਵਾਪਸ ਆ? ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਮਨੀਪੁਰ ਹਿੰਸਾ ਤੋਂ ਮੁਲਕ ਨੂੰ ਮਿਲੇ ਦਰਦ ਨੇ ਕਿਸ ਨੂੰ ਨੰਗਾ ਕੀਤਾ। ਪ੍ਰਸਵਨਾਥ ਸਿੰਘ, ਮੈਂ ਤੁਹਾਡੀ ਗੱਲ ਨਾਲ ਸਰ ਇਸ ਸੈਗਮੈਂਟ ਦਾ ਆਗਾਜ਼ ਕਰਦਾ। ਤੁਸੀਂ ਕਹਿ ਰਹੇ ਪੋਲਰਾਈਜੇਸ਼ਨ ਆ ਪਿਓਰਲੀ। ਮੇਰਾ ਸਵਾਲ ਹੈ ਸਰ, ਪੋਲਰਾਈਜੇਸ਼ਨ ਠੀਕ ਹੈ ਪ੍ਰਸਵਨਾਥ ਸਿੰਘ, ਇਹ ਸਾਰੀ ਸਿਆਸਤ ਪੋਲਰਾਈਜੇਸ਼ਨ ਕਰਦੀ ਹੈ, ਮੰਨ ਲਈ ਗੱਲ ਪ੍ਰਸਵਨਾਥ ਸਿੰਘ, ਪਰ ਮੈਂ ਕੀ ਕਰੇ ਆਪਦੀ ਮਾਂ ਧੀ ਅੱਗੇ, ਪਤਨੀ ਭੈਣ, ਉਹਨਾਂ ਦੇ ਅੱਗੇ ਸਰ ਇਹੋ ਜਿਹੀਆਂ ਤਸਵੀਰਾਂ ਦੇਖੂੰਗਾ ਸਰ ਪ੍ਰਸਵਨਾਥ ਸਿੰਘ? ਸਵਾਲ ਦੁਬਾਰਾ ਜੀ, ਤੁਹਾਡੀ ਆਵਾਜ਼ ਚਲੀ ਗਈ ਸਰ। ਮੈਂ ਕਹਿ ਰਿਹਾ ਸੀ ਪੋਲਰਾਈਜੇਸ਼ਨ ਕਰ ਰਹੀਆਂ ਸਰ ਪੋਲੀਟੀਕਲ ਪਾਰਟੀਆਂ, ਮੰਨ ਲਈ ਗੱਲ ਸਰ, ਪਰ ਜਿਸ ਤਰੀਕੇ ਦੀਆਂ ਤਸਵੀਰਾਂ ਸਰ ਅਸੀਂ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਤਸਵੀਰਾਂ ਦੇਖ ਸਕਦੇ ਹਾਂ ਸਰ ਪ੍ਰਸਵਨਾਥ ਸਿੰਘ। ਹੌਰਰ ਵੀਡੀਓ ਹੈ ਜੀ, ਤੁਸੀਂ ਤਸਵੀਰਾਂ ਦੀ ਗੱਲ ਕਰਦੇ ਹੋ। ਸਾਨੂੰ ਜਿਨ੍ਹਾਂ ਨੂੰ ਅੱਜ ਸ਼ਰਮ ਆਈ ਹੈ ਉਹ 2 ਮਹੀਨੇ ਤੋਂ ਕੀ ਉਹਨਾਂ ਕੋਲ ਕੋਈ ਇਨਫੋਰਮੇਸ਼ਨ ਨਹੀਂ ਸੀ। 3 ਮਈ ਨੂੰ ਸਾਰਾ ਕੰਮ ਸ਼ੁਰੂ ਹੋਇਆ। ਐਕਚੁਅਲੀ ਇਟ ਸਟਾਰਟਡ ਇਨ ਫੈਬਰੂਅਰੀ ਐ ਮਾਰਚ। ਮੈਂ ਥੋੜਾ ਜਿਹਾ ਪਿਛੋਕੜ ਜ਼ਰੂਰ ਦੱਸਣਾ ਜੀ। ਜਿਹੜੀ ਸਰਾਊਂਡਿੰਗ ਏਰੀਆਜ਼ ਨੇ ਇੰਫਾਲ ਦੇ ਆਸ-ਪਾਸ, ਕੈਪੀਟਲ ਇੰਫਾਲ ਦੇ ਆਸ-ਪਾਸ, ਉੱਥੇ ਜਿਹੜੇ ਬੰਦੇ ਨੇ ਉਹ ਆਪਣੇ ਲਈ ਸ਼ਡਿਊਲਡ ਟ੍ਰਾਈਬ ਦਾ ਸਟੇਟਸ ਮੰਗਦੇ। ਇਟ ਆਲ ਸਟਾਰਟਡ ਜਦੋਂ ਇਹਨਾਂ ਨੇ ਕੁਝ ਜਿਹੜੇ ਕੁਕੀ ਕਬਾਇਲੀਜ਼ ਦੇ ਨਾਲ ਇਹਨਾਂ ਦੇ ਕੁਝ ਪੁਰਾਣੇ ਸਮਝੌਤੇ ਸੀ। ਫੈਬਰੂਅਰੀ ਦੇ ਵਿੱਚ ਨਵੇਂ ਗਵਰਨਰ ਆਏ, ਉਹਨਾਂ ਨੇ ਕੁਝ ਚੀਜ਼ਾਂ ਕੈਂਸਲ ਕੀਤੀ ਜਾਂ ਉਹਨਾਂ ਨੂੰ ਜਿਹੜੇ ਤੁਹਾਡੇ ਆਪਣੇ ਐਗਰੀਮੈਂਟ ਸੀ ਉਹਨਾਂ ਨੂੰ ਕੈਂਸਲ ਕਰਕੇ ਜਦੋਂ ਮੋਹਰ ਲਾਈ ਗਵਰਨਰ ਨੇ, ਉਸੇ ਵੇਲੇ ਪਹਿਲੀ ਪ੍ਰੋਬਲਮ ਸ਼ੁਰੂ ਹੋਈ ਫੈਬਰੂਅਰੀ ਦੇ ਵਿੱਚ। ਮਾਰਚ ਤੋਂ ਐਕਚੁਅਲੀ ਜਿਹੜੇ ਹੈ ਰਾਈਟਿੰਗ ਸ਼ੁਰੂ ਹੋ ਗਈ। ਉਹਦੇ ਨਾਲ ਨਾਲ ਅਸੀਂ ਦੇਖ ਰਹੇ ਹਾਂ ਕਿ ਹੁਣ 3 ਮਈ ਤੋਂ ਚਲੋ ਹੁਣ ਅਸੀਂ ਕਹਿੰਦੇ ਹਾਂ ਵੀ ਫੇਕ ਵੀਡੀਓ ਸੀ, ਜਿਹਦੇ ਜਵਾਬ 'ਚ ਇਹ ਕੀਤਾ ਗਿਆ ਜਿਹੜਾ ਕੱਲ ਤੋਂ ਅਸੀਂ ਦੇਖ ਰਹੇ ਹਾਂ। ਅਸੀਂ ਵੀ ਦੇਸ਼ ਸ਼ਰਮਸਾਰ ਹੋ ਰਿਹਾ। ਮੈਂ ਕਹਿੰਦਾ ਦੁਨੀਆਂ ਦੇ ਅੱਗੇ ਸਾਡਾ ਸਿਰ ਝੁਕ ਰਿਹਾ। ਅਸੀਂ ਇਹ ਕਹਿੰਦੇ ਹਾਂ ਵੀ ਅਸੀਂ ਤਾਂ ਵੀਡੀਓ ਹੀ ਕੱਲ ਦੇਖੀ ਹੈ, ਉਹ ਵੀ ਹੁਣ ਅਸੀਂ ਕਹਿੰਦੇ ਹਾਂ ਵੀ ਟਵਿੱਟਰ ਦੇ ਖਿਲਾਫ ਐਕਸ਼ਨ ਲਵਾਂਗੇ ਕਿ ਉਹਨਾਂ ਨੇ ਦਿਖਾ ਕਿਉਂ। ਅਸੀਂ ਆਪਣੀ ਗਲਤੀ ਤੇ ਪਰਦਾ ਪਾਉਣ ਲਈ ਕੁਝ ਵੀ ਕਰ ਸਕਦੇ ਹਾਂ।
ਲੇਕਿਨ ਜਿਹੜੀ ਸਾਡੀ ਪ੍ਰੋਬਲਮ ਹੈ ਉਹਨਾਂ ਨੂੰ ਅਸੀਂ ਕਦੋਂ ਠੀਕ ਕਰਾਂ। ਠੀਕ ਹੈ ਪ੍ਰਸੰਨ। ਸ਼ਸ਼ੀ ਵੀ ਸ਼ਰਮਾ, ਇੱਕ ਤਾਂ ਬਹੁਤ ਜ਼ਿਆਦਾ ਨੇ ਜੀ, ਜੋ ਤੁਹਾਨੂੰ ਦਿਖਾਇਆ ਜਾ ਰਿਹਾ ਉਹ ਬਹੁਤ ਘੱਟ। ਠੀਕ ਹੈ ਸ਼ਸ਼ੀ ਵੀ ਸ਼ਰਮਾ, ਬਹੁਤ ਸਾਰੀਆਂ ਦਿੱਕਤਾਂ ਇੱਥੋਂ ਤੱਕ ਕਿ ਮੈਨੂੰ ਇਹ ਕਹਿਣ ਵਿੱਚ ਵੀ ਗਰੇਜ਼ ਨਹੀਂਗਾ ਕਿ ਸਾਡੇ ਭਾਈਚਾਰੇ ਨੇ, ਮੀਡੀਆ ਨੇ ਜੋ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਅਸੀਂ ਵੀ ਨਹੀਂ ਨਿਭਾਈ। ਸ਼ਸ਼ੀ ਵੀ ਸ਼ਰਮਾ, ਹੁਣ ਸਰਕਾਰਾਂ ਨੂੰ ਕਰਨਾ ਕੀ ਚਾਹੀਦਾ? ਸਰ ਸਰਕਾਰਾਂ ਹਮੇਸ਼ਾ ਐਕਸ਼ਨ ਲੈਣ ਵਾਸਤੇ ਹੁੰਦੀਆਂ ਨੇ, ਬਟ ਸੌਰੀ ਟੂ ਸੇ ਬੀਜੇਪੀ ਕੋਲੋਂ ਕਿਸੇ ਵੀ ਤਰੀਕੇ ਦੀ ਪਾਸ ਨਹੀਂ ਦੇਣਾ ਚਾਹੁੰਦਾ, ਕਿਉਂਕਿ ਇਹ ਇਨਸੀਡੈਂਟ ਮਨੀਪੁਰ ਵਾਲਾ ਇੰਨਾ ਹੀ ਬੇਸ਼ਰਮਨਾਕ ਹੈ। ਤੁਸੀਂ ਈਵਨ ਕਿਸੇ ਬੰਦੇ ਦੀ ਕਿਹੜਾ ਵੀਡੀਓ ਵੀ ਪੋਸਟ ਨਹੀਂ ਹੋ ਸਕਦੀ, ਕਿਉਂਕਿ ਜਿਸ ਤਰੀਕੇ ਦੇ ਨਾਲ ਪਬਲਿਕ ਦੇ ਵਿੱਚ 2 ਲੇਡੀਜ਼ ਦੀ ਸਿਰਫ ਰਿਪੋਰਟ ਹੋਈ ਹੈ ਇਹ ਇਨਸੀਡੈਂਟ। ਤੁਸੀਂ ਹੁਣੇ ਇੱਕ ਨਿੱਜੀ ਚੈਨਲ ਦੇ ਉੱਤੇ ਮਨੀਪੁਰ ਦੇ ਸੀਐਮ ਨੇ ਸਰ ਬਾਈਟ ਦਿੱਤੀ ਤੇ ਉਹਨਾਂ ਨੇ ਕਿਹਾ 100 ਆਫ ਸਚ ਸਿਮਿਲਰ ਇਨਸੀਡੈਂਟਸ ਹੈਵ ਬੀਨ ਆਲਰੇਡੀ ਡਨ ਕਮਿਟਡ, ਜਿਹਦੇ ਕਰਕੇ ਅਸੀਂ ਇੰਟਰਨੈਟ ਬੰਦ ਕੀਤਾ ਹੋਇਆ। 100 ਤੋਂ ਵੱਧ ਐਸੇ ਇਨਸੀਡੈਂਟ ਆਲਰੇਡੀ ਹੋ ਚੁੱਕੇ ਨੇ। ਜਿਹੜੇ ਸੀਐਮ ਨੇ ਉੱਥੋਂ ਦੇ ਮਨੀਪੁਰ ਦੇ, ਉਹ ਖੁਦ ਇੱਕ ਨਿੱਜੀ ਚੈਨਲ ਨੂੰ ਕਹਿ ਰਹੇ ਨੇ। ਸੋ ਇੱਕ ਵੀਡੀਓ ਤਾਂ ਆ ਗਈ ਸਾਹਮਣੇ। ਹੁਣ ਇਹ ਹੋ ਨਹੀਂ ਸਕਦਾ ਕਿ ਅਗਰ 4 ਮਈ ਦਾ ਇਨਸੀਡੈਂਟ ਹੈ, 77+ ਡੇਜ਼ ਹੋ ਚੁੱਕੇ ਨੇ, ਦੇਸ਼ ਦੇ ਗ੍ਰਹਿ ਮੰਤਰੀ ਨੂੰ ਇਸ ਚੀਜ਼ ਦੀ ਰਿਪੋਰਟ ਨਾ ਹੋਵੇ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਚੀਜ਼ ਦੀ ਨੌਲੇਜ ਨਾ ਹੋਵੇ। ਡਬਲ ਇੰਜਨ ਦੀ ਸਰਕਾਰ ਹਰ ਵੇਲੇ ਰੌਲਾ ਪਾਉਂਦੇ ਸੀਗੇ ਕਿ ਤੁਸੀਂ ਡਬਲ ਇੰਜਨ ਸਰਕਾਰ ਲਓ ਤੇ ਡਬਲ ਸਪੀਡ ਨਾਲ ਅਸੀਂ ਕੰਮ ਕਰਾਂਗੇ। ਆਲਰੇਡੀ ਬੀਜੇਪੀ ਗਵਰਨ ਸਟੇਟ ਹੈਗੀ ਹੈ, ਬਟ ਕਿਤੇ ਨਾ ਕਿਤੇ ਬੀਜੇਪੀ ਜਿਸ ਤਰੀਕੇ ਦੇ ਨਾਲ ਪੋਲਰਾਈਜੇਸ਼ਨ ਕਰ ਕਰਕੇ ਪੂਰੇ ਹਿੰਦੁਸਤਾਨ ਦੇ ਵਿੱਚ ਕਰ ਰਹੀ ਸੀਗੀ, ਚਾਹੇ ਇੱਕ ਕਮਿਊਨਿਟੀ ਨੂੰ ਦੂਸਰੀ ਕਮਿਊਨਿਟੀ ਦੇ ਨਾਲ, ਉਹਦਾ ਹੀ ਰਿਜ਼ਲਟ ਸਾਹਮਣੇ ਆ ਰਿਹਾ ਹੈ। ਅਤੇ ਇਸ ਇਨਸੀਡੈਂਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਅੱਜ ਆਨਰੇਬਲ ਸੁਪਰੀਮ ਕੋਰਟ ਨੂੰ ਸਿਓ ਮੋਟੋ ਐਕਸ਼ਨ ਲੈਣਾ ਪੈ ਗਿਆ, ਕਿਉਂਕਿ ਆਨਰੇਬਲ ਸੁਪਰੀਮ ਕੋਰਟ ਨੂੰ ਜਦੋਂ ਲੱਗਾ ਕਿ ਇਸ ਇਨਸੀਡੈਂਟ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਹੋ ਰਹੀ, ਤੇ ਬੜੇ ਹੀ ਸਖਤ ਸ਼ਬਦਾਂ ਦੇ ਵਿੱਚ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਸੈਂਟਰ ਗਵਰਨਮੈਂਟ ਨੂੰ, ਤੁਸੀਂ ਆਪ ਦਾ ਐਕਸ਼ਨ ਲਓ, ਨਹੀਂ ਤਾਂ ਸਾਨੂੰ ਇਹਦੇ ਵਿੱਚ ਇੰਟਰਵੀਨ ਕਰਨਾ ਪਏਗਾ। ਦੂਸਰਾ ਸਰ, ਜਿਸ ਤਰੀਕੇ ਦੇ ਨਾਲ ਇਹ ਭਾਰਤੀ ਜਨਤਾ ਪਾਰਟੀ ਹੈ, ਤੁਸੀਂ ਇਹ ਇਨਸੀਡੈਂਟ ਤਾਂ ਹੋ ਗਿਆ, ਇਸ ਤੋਂ ਥੋੜੇ ਦਿਨ ਪਹਿਲਾਂ ਦੇਖੋਗੇ ਏਪੀ ਜੀ ਜਿਸ ਤਰੀਕੇ ਬ੍ਰਿਜ ਭੂਸ਼ਣ ਵਾਲਾ ਇਨਸੀਡੈਂਟ ਹੋਇਆ, ਰੈਸਲਰਸ ਕਿੰਨੇ ਦਿਨ ਤੱਕ ਪ੍ਰੋਟੈਸਟ ਤੇ ਬੈਠੇ ਰਹੇ, ਉਹਨਾਂ ਦੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਆਨਰੇਬਲ ਸੁਪਰੀਮ ਕੋਰਟ ਨੇ ਇੰਟਰਵੀਨ ਕੀਤਾ, ਐਫਆਈਆਰ ਹੋਈ, ਐਫਆਈਆਰ ਹੋਣ ਦੇ ਬਾਵਜੂਦ ਵੀ ਅਰੈਸਟ ਨਹੀਂ ਪਈ ਉਸ ਕੇਸਿਸ ਦੇ ਵਿੱਚ। ਉਸ ਤੋਂ ਬਾਅਦ ਤੁਸੀਂ ਬਿਲਕਿਸ ਬਾਨੋ ਵਾਲਾ ਇਨਸੀਡੈਂਟ ਦੇਖ ਲਓ, ਕਿਸ ਤਰੀਕੇ ਨਾਲ ਉਹਨੂੰ ਛੜਾ ਕੇ ਬਾਹਰ ਲਿਆ ਕੇ ਉਹਨੂੰ ਸਨਮਾਨਿਤ ਕੀਤਾ ਜਾ ਰਿਹਾ ਸੀਗਾ। ਸੋ ਇਸ ਤਰੀਕੇ ਦਾ ਅਗਰ ਇਨਸੀਡੈਂਟ ਤੁਸੀਂ ਇੱਕ ਜਗ੍ਹਾ ਕਰੋਗੇ, ਇਸ ਤਰੀਕੇ ਦੇ ਅਗਰ ਸਿਸਟਮ ਸਟਾਰਟ ਕਰੋਗੇ ਤਾਂ ਪੂਰੇ ਦੇਸ਼ ਨੂੰ ਭੁਗਤਣਾ ਪਏਗਾ। ਜਿਹੜਾ ਸ਼ਰਮਨਾਕ ਇਨਸੀਡੈਂਟ ਹੋਇਆ ਹੈ, ਇਹਦੇ ਕਰਕੇ 100 ਹੋਰ ਇਨਸੀਡੈਂਟ ਨੇ। ਮੈਂ ਕਹਿੰਦਾ ਇਹਦੇ ਤੇ ਡੈਫੀਨਿਟਲੀ ਪ੍ਰੋਪਰ ਇੱਕ ਕਮੇਟੀ ਬੈਠਣੀ ਚਾਹੀਦੀ ਹੈ। ਜਿੰਨੇ ਵੀ ਇਨਸੀਡੈਂਟ ਅਗਰ ਕੋਈ ਰਿਪੋਰਟ ਨਹੀਂ ਕਰ ਸਕਿਆ ਉਹਨਾਂ ਤੱਕ ਅਪਰੋਚ ਕਰਨੀ ਚਾਹੀਦੀ ਹੈ, ਤੇ ਹਰੇਕ ਜਿਹੜਾ ਵੀ ਅਕਿਊਜ਼ਡ ਹੈ ਇਸ ਦੇ ਵਿੱਚ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਚਲੋ ਜੀ, ਇੱਕ ਆਵਾਜ਼ ਇਹ ਵੀ ਆ ਰਹੀ ਹੈ ਮਿਸਟਰ ਖੜਿਆਲ ਕਿ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਹ ਵੀਡੀਓ ਹੁੰਦੀ ਹੈ ਤੇ ਉਸ ਤੇ ਵੀ ਇੱਕ ਧਿਰ ਇਹ ਕਹਿ ਰਹੀ ਹੈ ਕਿ ਇਹ ਜਾਣਬੁੱਝ ਕੇ ਰਾਜਨੀਤੀ ਚਮਕਾਉਣ ਦੀ ਕੋਸ਼ਿਸ਼ ਹੈ। ਮਿਸਟਰ ਖੜਿਆਲ, ਨਹੀਂ, ਰਾਜਨੀਤੀ ਇਹਦੇ ਨਾਲ ਕਿਹਦੀ ਚਮਕੂਗੀ? ਕਿਸੇ ਦੀ ਨਹੀਂ ਚਮਕੂਗੀ। ਸੋ ਇਹ ਜਿਹੜਾ ਤਰਕ ਹੈ ਜੋ ਵੀ ਦੇ ਰਿਹਾ ਹੈ, ਤਰਕ ਬੇਬੁਨਿਆਦ ਹੈ ਤੇ ਬੇਸਲੈਸ ਹੈ, ਤਰਕ ਹੈ ਹੀ ਨਹੀਂ ਇਹ। ਦੂਜੀ ਗੱਲ ਇਹ ਹੈ ਕਿ ਬੀਜੇਪੀ ਸਰਕਾਰ ਨੇ ਅੱਧਾ ਮਿੰਟ ਇਹ ਵੀਡੀਓ ਬਾਰੇ ਤਾਂ ਬੋਲਤਾ, ਇੱਕ ਇਨਸੀਡੈਂਟ ਬਾਰੇ, ਲੇਕਿਨ 1800 ਘੰਟਿਆਂ ਦੀ ਚੁੱਪੀ ਮੇਨਟੇਨ ਕੀਤੀ ਇਹਨਾਂ ਦੀ ਸਰਕਾਰ ਨੇ। ਮੋਦੀ ਸਾਹਿਬ ਅਮਰੀਕਾ ਵੀ ਜਾਏ, ਇਜਿਪਟ ਵੀ ਜਾਏ, ਆਸਟ੍ਰੇਲੀਆ ਵੀ ਜਾਏ, ਹੋਰ ਥਾਵਾਂ ਤੇ ਵੀ ਜਾਏ, ਲੇਕਿਨ ਆਪਦੇ ਘਰ ਦੇ ਵਿੱਚ, ਆਪਦੇ ਦੇਸ਼ ਦੇ ਵਿੱਚ ਜਿੱਥੇ ਜ਼ਿੰਮੇਵਾਰੀ ਆ ਉਹਨਾਂ ਦੀ, ਉੱਥੇ ਨਹੀਂ ਗਏ, ਕੋਈ ਐਕਸ਼ਨ ਨਹੀਂ ਆਰਡਰ ਕੀਤਾ। ਤੇ ਦੂਜਾ ਇਹ ਹੈ ਕਿ ਤੁਸੀਂ ਦੇਖੋ, ਇੱਕ ਇਨਸੀਡੈਂਟ ਬਾਰੇ ਬੋਲੇ ਹੈ, ਜਿਹੜੇ 100 ਹੋਰ ਇਨਸੀਡੈਂਟਸ ਹੋ ਰਹੇ ਹੈ ਕਿੰਨੇ ਦਿਨਾਂ ਤੋਂ, ਮਹੀਨਿਆਂ ਤੋਂ, ਉਹਦੇ ਬਾਰੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜ਼ਿਕਰ ਕਰਨਾ ਵੀ ਠੀਕ ਨਹੀਂ ਸਮਝਿਆ। ਇਹਨੂੰ ਮੈਂ ਇੱਕ ਲਾਈਨ ਦੇ ਵਿੱਚ ਜੇ ਸਮ ਅਪ ਕਰਨਾ ਹੋਵੇ, ਮੈਂ ਕਹੂੰਗਾ ਟੂ ਲਿਟਲ ਟੂ ਲੇਟ। ਦੂਜਾ ਦੇਖੋ, ਸਟੇਟ ਦੇ ਵਿੱਚ ਟੋਟਲ ਫੇਲਿਅਰ ਹੋ ਚੁੱਕਿਆ ਲਾਅ ਐਂਡ ਆਰਡਰ ਮਸ਼ੀਨਰੀ ਦਾ, ਕੋਲੈਪਸ ਕਰ ਗਈ ਹੈ, ਤੇ ਸੀਐਮ ਨੂੰ ਇੱਕ ਨਹੀਂ ਬਹੁਤ ਮੌਕੇ ਮਿਲ ਗਏ ਹੈ ਆਪਦੀ ਗਲਤੀ ਸੁਧਾਰਨ ਦੇ, ਰਿਸਪੌਂਸਿਬਿਲਿਟੀ ਕਲੇਮ ਕਰਨ ਦੇ, ਤੇ ਉਹਨਾਂ ਨੇ ਕੀਤਾ ਕੁਝ ਵੀ ਨਹੀਂ ਹੈ। ਸੋ ਦੇਅਰਫੋਰ ਅਸੀਂ ਡਿਮਾਂਡ ਕਰਦੇ ਹਾਂ ਸੀਐਮ ਵੀ ਰਿਜ਼ਾਈਨ ਕਰਨ, ਅਮਿਤ ਸ਼ਾਹ ਸਾਹਿਬ ਬਤੌਰ ਹੋਮ ਮਿਨਿਸਟਰ ਰਿਜ਼ਾਈਨ ਕਰਨ, ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਰਿਜ਼ਾਈਨ ਕਰਨ, ਕਿਉਂਕਿ ਡਿਸਪਾਈਟ देयर ਗਵਰਨੈਂਸ ਸਰਕਾਰ ਹੋਣ ਦੇ ਬਾਵਜੂਦ ਸੈਂਟਰ 'ਚ ਵੀ ਸਟੇਟ 'ਚ ਵੀ ਤੁਸੀਂ ਇਸ ਇਨਸੀਡੈਂਟ ਨੂੰ ਨਾ ਤਾਂ ਐਡਰੈਸ ਕੀਤਾ ਤੇ ਨਾ ਹੀ ਕੋਈ ਸੋਲੂਸ਼ਨ ਆਫਰ ਕੀਤਾ। ਤੇ ਅਨਫੋਰਚੂਨੇਟ ਗੱਲ ਇਹ ਹੈ ਕਿ ਸਰੀਨ ਸਾਹਿਬ, ਤੁਸੀਂ ਮੇਰੀ ਗੱਲ ਦਾ ਜਵਾਬ ਉਮੀਦ ਕਰਦਾ ਦਵੋਗੇ ਕਿ ਡਿਲੇ ਹੋਇਆ ਐਫਆਈਆਰ ਰਜਿਸਟਰ ਕਰਨ ਦੇ ਵਿੱਚ 16 ਦਿਨ ਦਾ, ਨੰਬਰ 1। ਨੰਬਰ 2, ਬੰਦੇ ਅਰੈਸਟ ਕਰਨ ਦੇ ਵਿੱਚ ਡਿਲੇ ਹੋਇਆ 64 ਦਿਨ ਦਾ, ਜੋ ਤੁਹਾਡੇ ਲੀਡਰਸ ਨੇ ਕਲੇਮ ਕੀਤਾ ਕਿ ਅਰੈਸਟ ਹੋ ਗਏ ਬੰਦੇ, 64 ਦਿਨ ਦਾ ਡਿਲੇ। ਇੱਥੇ ਮਨਸ਼ਾ ਦੀ ਵੀ ਕਮੀ ਸੀ ਤੁਹਾਡੀ,
ਇੱਥੇ ਭਾਰਤੀ ਜਨਤਾ ਪਾਰਟੀ ਦੇ ਫੋਕਸ ਦੀ ਵੀ ਕਮੀ ਸੀਗੀ, ਕਿਉਂਕਿ ਪ੍ਰਾਇੋਰਿਟੀ ਹਮੇਸ਼ਾ ਮਾਰਕੀਟਿੰਗ ਤੇ ਵੋਟਾਂ ਰਹਿੰਦੀਆਂ। ਇਹ ਗਵਰਨੈਂਸ ਨਾਲ ਭਾਰਤੀ ਜਨਤਾ ਪਾਰਟੀ ਕਦੇ ਤਾਲਮੇਲ ਬਣਾਈ ਨਹੀਂ ਪਾਈ ਹੈ ਤੇ ਨਾ ਹੀ ਹੁਣ ਬਣਾ ਰਹੀ ਹੈ। ਮੈਨੂੰ ਇਹ ਦੱਸਣ, ਕਹਿੰਦੇ ਕਿ ਇਨਵੈਸਟੀਗੇਸ਼ਨ ਕਰਨੀ ਸੀ। ਜਦੋਂ KPD ਤੁਸੀਂ ਸਵਾਲ ਪੁੱਛਿਆ, ਕਹਿੰਦੇ ਇਨਵੈਸਟੀਗੇਸ਼ਨ ਕਰਨ ਤੇ ਟਾਈਮ ਲੱਗਦਾ ਹੈ। ਮੈਂ ਦੱਸਦਾ, ਪਰਚਾ ਬਹੁਤ ਥੋੜੀ ਇਨਫੋਰਮੇਸ਼ਨ ਤੇ ਪ੍ਰਾਈਮਾ ਫਸਾਈ ਜੇ ਕੇਸ ਬਣਦਾ ਹੋਵੇ, ਐਟ ਦੀ ਓਵਰਲੁੱਕ ਪਰਚਾ ਹੋ ਜਾਂਦਾ ਹੈ। ਇਨਵੈਸਟੀਗੇਸ਼ਨ ਆਉਂਦੀ ਹੈ ਬਾਅਦ ਦੇ ਵਿੱਚ, ਪਹਿਲਾਂ ਨਹੀਂ ਆਉਂਦੀ ਪਰਚੇ ਤੋਂ। ਜਦੋਂ ਪਰਚਾ ਹੋ ਜੇ ਉਦੋਂ ਬਾਅਦ ਟਾਈਮ ਮਿਲਦਾ ਇਨਵੈਸਟੀਗੇਸ਼ਨ ਦਾ, ਫਿਰ ਚਲਾਨ ਪੇਸ਼ ਹੁੰਦਾ ਹੈ। ਤੇ ਇਹ ਜਿਹੜਾ BJP ਤਰਕ ਦੇ ਰਹੀ ਹੈ, ਇਹ ਗਲਤ ਹੈ। ਸੋ ਸਾਨੂੰ ਅਸਲ ਕਾਰਨ ਦੱਸਣ, ਡਿਲੇ ਹੋਇਆ ਤਾਂ ਹੋਇਆ ਕਿਉਂ। ਦੂਜੀ ਗੱਲ, ਅਖੀਰਲਾ ਪੁਆਇੰਟ, ਅੱਜ ਵੀ ਭਾਰਤੀ ਜਨਤਾ ਪਾਰਟੀ ਕੋਲੇ ਨਾ ਇੱਕ ਮੌਕਾ ਹੈ ਕਿ ਇਹ ਆਪਦੀ ਗਲਤੀ ਸੁਧਾਰਨ। ਜਿਹੜੇ ਵਿਮਨ ਰੈਸਲਰਸ ਨੇ ਐਲੀਗੇਸ਼ਨਸ ਲਾਏ ਆ BJP ਦੇ MP ਤੇ, ਉਹਨੂੰ ਆਪਦੀ ਪਾਰਟੀ ਮੈਂਬਰਸ਼ਿਪ ਚੋਂ ਬਰਖਾਸਤ ਕਰਨ। ਇਹ ਜੇ ਕਹਿੰਦੇ ਆ ਅਸੀਂ ਮਹਿਲਾਵਾਂ ਬਾਰੇ ਕੁਝ ਵਾਕਈ ਸੋਚਦੇ ਆ, ਉਹਨਾਂ ਦਾ ਚੰਗਾ ਕਰਨਾ ਚਾਹੁੰਦੇ, ਮਹਿਲਾ ਸ਼ਕਤੀਕਰਨ ਦੀਆਂ ਗੱਲਾਂ ਕਰਦੇ ਨਹੀਂ, ਜੇ ਮੀਨ ਕਰਦੇ ਆ ਸਿਰਫ। ਤੇ ਦੂਜਾ, ਇਹਨਾਂ ਨੂੰ ਇੰਨੀ ਗੱਲ ਪੁੱਛ ਲਿਓ ਕਿ ਭਾਰਤੀ ਜਨਤਾ ਪਾਰਟੀ ਨੇ 2 ਪਰਚੇ ਹੋਣ ਦੇ ਬਾਵਜੂਦ ਉਹਨਾਂ ਨੂੰ ਅਰੈਸਟ ਕਿਉਂ ਨਹੀਂ ਕੀਤਾ ਸੀ? ਹੁਣ ਤਾਂ ਬੇਲ ਮਿਲ ਗਈ। ਬਹੁਤ ਟਾਈਮ ਵਿਦਆਊਟ ਬੇਲ ਸੀਗੇ ਉਹਦੇ ਬਾਵਜੂਦ ਅਰੈਸਟ ਨਹੀਂ ਕੀਤਾ ਗਿਆ। ਤੇ ਜੋ ਮਹਿਲਾ ਰੈਸਲਰਸ ਦੇ ਨਾਲ ਹੋਇਆ, ਉਹ ਪੂਰਾ ਦੇਸ਼ ਦੇਖ ਰਿਹਾ ਸੀਗਾ। ਜਿਸ ਦਿਨ ਪਾਰਲੀਮੈਂਟ ਇਨੋਗ੍ਰੇਸ਼ਨ ਹੋ ਰਹੀ ਸੀ, ਘੜੀਸਿਆ ਗਿਆ। ਤੇ ਇਹਨਾਂ ਨੂੰ ਇੰਨੀ ਗੱਲ ਪੁੱਛ ਲਿਓ ਕਿ ਅੱਜ ਮੈਂ ਸਰੀਨ ਸਾਹਿਬ ਨੂੰ ਪੁੱਛਦਾ ਹਾਂ ਕਿ ਮੋਦੀ ਸਾਹਿਬ ਜਦੋਂ ਐਡਰੈਸ ਕਰ ਰਹੇ ਸੀਗੇ ਤੇ ਹੋਰ ਥੋੜੀ ਸਰਕਾਰ ਐਡਰੈਸ ਕਰ ਰਹੀ ਸੀਗੀ, ਉਹਨਾਂ ਨੇ ਨਾ ਇਹ ਇਨਸੀਡੈਂਟ ਨੂੰ ਇਕੁਏਟ ਕਰਨ ਦੀ ਕੋਸ਼ਿਸ਼ ਕੀਤੀ ਹੋਰ ਇਨਸੀਡੈਂਟਸ ਦੇ ਨਾਲ, ਜਿਹੜੇ ਨਾਨ BJP ਰੂਲ ਸਟੇਟਸ ਦੇ ਵਿੱਚ ਹੋ ਰਹੇ ਹੈ ਮਹਿਲਾਵਾਂ ਦੇ ਨਾਲ। ਮਤਲਬ ਇੱਥੇ ਵੀ ਰਾਜਨੀਤੀ, ਇੱਥੇ ਵੀ ਅਟੈਂਸ਼ਨ ਡਾਇਵਰਟ ਕਰਨ ਦੀ ਕੋਸ਼ਿਸ਼, ਇਸ ਇਨਸੀਡੈਂਟ ਨੂੰ ਛੋਟਾ ਕਰਨ ਦੀ ਕੋਸ਼ਿਸ਼ ਬਹੁਤ ਕੰਡੈਮੇਬਲ ਹੈ ਤੇ ਬਹੁਤ ਅਨਫੋਰਚੂਨੇਟ ਹੈ। ਰਿਜ਼ਾਈਨ ਕਰੇ BJP। ਚਲੋ ਮੈਂ ਆ ਰਿਹਾ, ਵਾਪਸ ਆ ਰਿਹਾ, ਛੋਟਾ ਬ੍ਰੇਕ ਲਵਾਂਗੇ। ਦੇਸ਼ ਦੀ ਮਨੀ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਹੋ ਚੁੱਕੇ ਆ ਤੇ ਇਹ ਸਵਾਲਾਂ ਦੇ ਵਿਚਾਲੇ ਸਿਆਸਤ ਕਿਹੜੇ ਜਵਾਬ ਮੰਗਦੀ ਪਈ ਹੈ, ਉਹ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਵਾਪਸ ਆ ਰਹੇ ਹਾਂ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਪੁੱਛ ਰਹੇ, ਮਣੀਪੁਰ ਹਿੰਸਾ ਤੋਂ ਮੁਲਕ ਨੂੰ ਮਿਲੇ ਦਰਦ ਨੇ ਕਿਸ ਕਿਸ ਨੂੰ ਨੰਗਾ ਕੀਤਾ। ਸਰੀਨ ਸਾਹਿਬ, ਹੋ ਸਕਦਾ ਮੈਂ ਤਰੀਕਾ ਗਲਤ ਬੋਲ ਗਿਆ ਹੋਵਾਂ ਸਰ, ਕਿਰਪਾ ਕਰਕੇ ਮੈਨੂੰ ਕਰੈਕਟ ਕਰ ਦਿਓ। ਸਰੀਨ ਸਾਹਿਬ, ਇਹ ਸਰ ਘਟਨਾ ਕਿਸ ਦਿਨ ਦੀ ਹੈ? ਸ਼ਿਕਾਇਤ ਕਿਸ ਦਿਨ ਹੋਈ? FIR ਕਿਸ ਤਰੀਕ ਨੂੰ ਹੋਈ ਸਰ? ਦੇਖੋ, ਇਹ ਸਾਲ 4 ਮਈ ਨੂੰ ਜਦੋਂ ਦੀ ਇਹ ਘਟਨਾਵਾਂ ਸ਼ੁਰੂ ਹੋਈਆਂ ਨੇ, ਇਹਨੂੰ ਲੈ ਕੇ ਮੇਰੇ ਤੋਂ ਪਹਿਲਾਂ ਮੇਰੇ ਕਾਂਗਰਸ ਦੇ ਪ੍ਰਵਕਤਾ ਮਿੱਤਰੀਆਂ, ਆਮ ਆਦਮੀ ਪਾਰਟੀ ਦੇ ਹੋਰ ਮੇਰੇ ਸਾਥੀ ਨੇ ਬੋਲਿਆ ਕਿ ਸਰਕਾਰ ਸੀਰੀਅਸ ਨਹੀਂ ਹੈ। ਜੇ ਸਰਕਾਰ ਸੀਰੀਅਸ ਨਾ ਹੁੰਦੀ ਤੇ ਸਾਡੇ 3 ਦਿਨ ਦੇ ਪ੍ਰਵਾਸ ਦੇ ਉੱਤੇ ਸਾਡੇ ਗ੍ਰਹਿ ਮੰਤਰੀ ਉੱਥੇ ਨਾ ਜਾਂਦੇ। ਸਰਕਾਰ ਸੀਰੀਅਸ ਹੈ, ਪਰ ਜਿਹੜੀ ਸੈਂਸਿਟੀਵਿਟੀ, ਜਿਹੜੇ ਸ਼ਰਾਰਤੀ ਲੋਕ, ਇਹਦਾ ਇਹਨਾਂ ਘਟਨਾਵਾਂ ਦਾ ਕੰਪੈਰੀਜ਼ਨ ਕਰਨਾ, ਇਹਨਾਂ ਘਟਨਾਵਾਂ ਦੇ ਬਾਰੇ ਵਿਸ਼ਲੇਸ਼ਣ ਜ਼ਰੂਰੀ ਹੈ, ਪਰ ਕਿਸੇ ਦੇ ਨਾਲ ਉਹਦਾ ਕੰਪੈਰੀਜ਼ਨ ਕਰਨਾ ਉਦੋਂ ਇਦਾਂ ਹੋ ਗਿਆ। ਮੋਦੀ ਸਾਹਿਬ ਨੇ ਤਾਂ ਕੀਤਾ ਹੈ, ਇਹਦੇ ਚ ਕਿਤੇ ਨਹੀਂ ਕੀਤਾ। ਖੜਿਆਲ ਜੀ, ਮੈਂ ਵੀਡੀਓ ਖੜਿਆਲ ਜੀ, ਇਹ ਸ਼ਬਦ ਠੀਕ ਨੇ, ਮੈਂ ਵੀਡੀਓ ਦਿਖਾ ਦੇਣਾ। ਕਿੱਥੇ ਉਹਨਾਂ ਨੇ ਕਿਹਾ ਕਿ ਮੈਂ ਵੀਡੀਓ ਦਿਖਾਉਣਾ, ਕਿੱਥੇ ਉਹਨਾਂ ਨੇ ਇਸ ਘਟਨਾ ਦਾ ਕੰਪੈਰੀਜ਼ਨ ਮੈਂ ਬਿਲਕੁਲ ਦਿਖਾਉਣਾ, ਨਾਲੇ ਤੁਹਾਡੀ ਸਰਕਾਰ ਦੀ ਦਿਖਾਉਣਾ ਕਿ ਉਹਨਾਂ ਦੀ 36 ਉਹ ਜਿੰਨੇ ਸੈਕਿੰਡ ਬੋਲੇ ਆ, ਮਿੰਟ ਬੋਲੇ ਆ, ਉਹ ਦੁਬਾਰਾ ਦਿਖਾਓ। ਮੈਂ ਤੁਹਾਡੀ ਸਰਕਾਰ ਦੇ ਕੱਲੇ ਜਿਹੜੇ ਲੀਡਰਾਂ ਦੇ ਬਿਆਨ ਹੈ, ਇਨਕਲੂਡਿੰਗ ਔਰ ਲੀਡਰ ਸਾਰੇ ਦੇ ਦਿਖਾ ਦੇਣਾ ਇੱਥੇ, ਸਾਰੇ ਲੀਡਰਸ ਦੇ। ਸਰਕਾਰ ਦੇ ਵਿੱਚ ਤੁਹਾਡੇ ਸਾਰੇ ਲੀਡਰਸ ਆਉਂਦੇ ਆ, ਉੱਥੇ ਮੈਂ ਵੀਡੀਓ ਚਲਾ ਕੇ ਦਿਖਾ ਦੇਣਾ। ਸਾਹਿਬ ਜਵਾਬ ਦੇ ਰਹੇ ਆ, ਸਰੀਨ ਸਾਹਿਬ ਸੁਣ ਲਈ। ਹਾਂ ਸਰੀਨ ਸਾਹਿਬ, ਬੋਲੋ। ਟਿੱਪਣੀ ਨਾ ਕਰੋ, ਤੁਸੀਂ ਮੇਰੇ ਭਾਈ ਹੋ। ਇਸ ਇਸ਼ੂ ਨੂੰ ਮੈਂ ਤੁਹਾਨੂੰ ਇਸ ਵਿਸ਼ੇ ਦੀ ਗੰਭੀਰਤਾ ਨੂੰ ਸਮਝੋ। ਇਹਨੂੰ ਕੰਪੈਰੀਜ਼ਨ ਕਰਨਾ ਗਲਤ ਹੈ। ਮੈਂ ਇਹ ਕਹਿ ਰਿਹਾ, ਕ੍ਰਾਈਮ ਨੂੰ ਕਿਆ ਅਸੀਂ ਇਹ ਜਸਟੀਫਾਈ ਕਰ ਸਕਦੇ ਹਾਂ ਕਿ ਮੈਂ ਹੁਣ ਕਹਾਂ ਛੱਤੀਸਗੜ੍ਹ ਚ ਕੀ ਹੋ ਰਿਹਾ, ਰਾਜਸਥਾਨ ਚ ਕੀ ਹੋ ਰਿਹਾ, ਮੈਨੂੰ ਇਹ ਸ਼ੋਭਾ ਨਹੀਂ ਦਿੰਦੀਆਂ। ਨਹੀਂ ਸਰੀਨ ਮੋਦੀ ਜੀ ਕਹਿ ਰਹੇ ਨੇ ਇਨਸੀਡੈਂਟ ਸਾਰੇ। ਇੱਕ ਮਿੰਟ, ਸ਼ਸ਼ੀਵੀਰ ਨੂੰ ਸੁਣ ਲਈਏ। ਹੋ ਸਕਦਾ ਕਾਂਗਰਸ ਗਲਤ ਕਹਿੰਦੀ ਪਈ ਹੋਵੇ, ਆਪਾਂ ਆਮ ਆਦਮੀ ਪਾਰਟੀ ਨੂੰ ਸੁਣ ਲਈਏ। ਸਰੀਨ ਸਾਹਿਬ ਇੱਕ ਮਿੰਟ। ਹਾਂ ਸ਼ਸ਼ੀਵੀਰ ਬੋਲੋ। ਸ਼ਸ਼ੀਵੀਰ ਇੱਕ ਮਿੰਟ। ਸਰੀਨ ਸਾਹਿਬ ਇੱਕ ਮਿੰਟ ਰੋਜੋ ਸਰ। ਸਰੀਨ ਸਾਹਿਬ ਇੱਕ ਮਿੰਟ ਆਮ ਆਦਮੀ ਪਾਰਟੀ ਨੂੰ ਸੁਣ ਲਈਏ। ਹਾਂ ਮਿਸਟਰ ਸ਼ਸ਼ੀਵੀਰ। ਅਨਫੋਰਚੂਨੇਟ ਥਿੰਗ ਹੈ ਕਿ ਇਸ ਚੀਜ਼ ਨੂੰ ਕੰਪੈਰੀਜ਼ਨ ਨੰਬਰ ਆਫ ਸਪੋਕਸਪਰਸਨ BJP ਦੇ ਕੰਪੇਅਰ ਕਰ ਰਹੇ ਨੇ ਵੱਖ-ਵੱਖ ਇਨਸੀਡੈਂਟਸ ਦੇ ਨਾਲ, ਵਿਚ ਇਜ਼ ਸ਼ੇਮਫੁਲ। ਦੂਸਰਾ, ਇੱਕ ਵੀਡੀਓ ਆ ਗਈ ਸਾਹਮਣੇ, ਬਟ ਉਹਦੇ ਅਗੇਂਸਟ ਤੁਸੀਂ ਦੇਖੋਗੇ ਕਿ ਜਿਹੜੇ ਇਨਸੀਡੈਂਟ ਰਿਪੋਰਟ ਨਹੀਂ ਹੋਏ ਉਹਨਾਂ ਦਾ ਕੀ ਹੈ, ਉਹਦੇ ਅਗੇਂਸਟ ਇਮੀਡੀਏਟਲੀ ਕਮੇਟੀ ਬੈਠਣੀ ਚਾਹੀਦੀ ਹੈ ਤਾਂ ਕਿ ਲੋਕਾਂ ਤੱਕ ਜਿਹੜੇ ਫੁੱਲ ਡਿਟੇਲ ਪਹੁੰਚੇ। ਸੈਕਿੰਡ ਸਰ, ਹਾਥਰਸ ਵਾਲਾ ਇਨਸੀਡੈਂਟ ਹੋਇਆ ਸੀਗਾ, ਉਹਨਾਂ ਨੂੰ BJP ਨੇ ਇੰਟਰਨੈਸ਼ਨਲ ਸਾਜ਼ਿਸ਼ ਦੱਸਿਆ ਸੀਗਾ ਉਸ ਟਾਈਮ ਦੇ ਉੱਤੇ, ਉਹ ਵੀ ਰਿਪੋਰਟ ਸੀ ਸਰ। ਸੋ ਕੰਪੈਰੀਜ਼ਨ ਬੜੇ ਪਾਸੇ ਚਲੇ ਜਾਂਦੇ ਨੇ, ਕੋਈ ਨਹੀਂ ਇਹਨਾਂ ਦੇ ਕੋਲੋਂ।
77 दिन हो गए ਇਹਨਾਂ ਦੇ ਕੋਲ ਕੁਆਲਿਟੀ ਇਨਫੋਰਮੇਸ਼ਨ ਸਿਵਲ ਚੀਜ਼ ਦੀ ਲੈ ਕੇ ਚਾਹੇ ਉਹ एक मिनट सर एक मिनट सरीन साहब एक मिनट सरीन साहब एक मिनट मैं आ रहा सर ਆਪਾਂ ਡਿਬੇਟ ਨੂੰ ਸਰ ਜੰਗ ਦਾ ਅਖਾੜਾ ਨਾ ਬਣਾਈਏ ਆਪਾਂ ਸੁਣ ਲਈਏ ਇੱਕ ਦੂਜੀ ਗੱਲ ਤੋਂ ਬਾਅਦ ਇਨਸੀਡੈਂਟ ਰਿਪੋਰਟ ਹੋ ਚੁੱਕੇ ਨੇ ਹਾਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਚਲੋ ਮੈਂ ਇਨਸੀਡੈਂਟ ਜਿਹੜੇ ਰਿਪੋਰਟ ਹੋ ਚੁੱਕੇ ਨੇ ਉਹਨਾਂ ਖਿਲਾਫ ਕਿੰਨੀਆਂ ਐਫਆਈਆਰਸ ਹੋਈਆਂ ਹੁਣ ਠੀਕ ਐਫਆਈਆਰ ਜ਼ੀਰੋ ਚਲੋ ਮੈਂ ਸਰੀਨ ਸਾਹਿਬ ਤੁਸੀਂ ਐਡਮਿਟ ਕਿਉਂ ਨਹੀਂ ਕਰਦੇ ਫੇਲਿਅਰ ਹੈ ਸਰਕਾਰ ਦਾ ਕਿਉਂ ਨਹੀਂ ਮੰਨਦੇ ਸਰ ਮੈਂ ਤੁਹਾਨੂੰ ਇਹ ਕਹਿ ਰਿਹਾ ਹਾਂ ਕਿ ਇਸ ਫੇਲਿਅਰ ਦੀ ਤਾਂ ਸਭ ਅੱਗੇ ਫੇਲਿਅਰ ਤਾਂ ਸੀ ਜੇ ਹੁਣ ਜਿਹੜਾ ਜਿਸ ਤਰ੍ਹਾਂ ਇਹ ਚਾਹੁੰਦੇ ਆ ਜੇ ਹੁਣ ਅਸੀਂ ਉੱਥੇ ਜਿਹੜੇ ਆਪਣੇ ਪਤਾਈ ਸਮਾਜ ਜਾਂ ਨਾਗਾ ਸਮਾਜ ਅਸੀਂ ਕਿਸੇ ਵੀ ਸਮਾਜ ਨੂੰ ਮੈਂ ਪਹਿਲਾਂ ਵੀ ਇਹ ਗੱਲ ਕਹੀ ਕਿ ਕਿਸੇ ਵੀ ਪ੍ਰਕਾਰ ਨਾਲ ਕਿਸੇ ਵੀ ਮਾਨਵਤਾ ਦੇ ਖਿਲਾਫ ਕੰਮ ਮੈਂ ਆ ਰਿਹਾ ਅਵਨਾਸ਼ ਜੀ ਔਰ ਕਿਸੇ ਨੂੰ ਦਬਾਉਣਾ ਨਹੀਂ ਹੈ ਚਲ ਠੀਕ ਚਲੋ ਮੈਨੂੰ ਇੱਕ ਚੀਜ਼ ਦੱਸੋ ਇਹ ਚਾਹੁੰਦੀਆਂ ਹੈ ਕਿ ਆਪਣੇ ਰਾਜਨੀਤੀਕਰਨ ਦੇ ਲਈ ਕੋਈ ਨਾ ਕੋਈ ਇਸ਼ੂ ਚਲੋ ਸਰੀਨ ਸਾਹਿਬ ਥੋੜਾ ਜਿਹਾ ਸਰ ਕਰੈਕਟ ਕਰ ਦਿਓ ਮੈਂ ਸਰ ਤੁਹਾਨੂੰ ਹੀ ਸੁਣਨਾ ਸਰ ਮੈਂ ਤੁਹਾਨੂੰ ਹੀ ਸੁਣਨਾ ਸਰੀਨ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਆਪੋਜੀਸ਼ਨ ਪੋਲਿਟਿਕਸ ਸਰੀਨ ਸਾਹਿਬ ਤੁਸੀਂ ਕਹਿ ਰਹੇ ਹੋ ਆਪੋਜੀਸ਼ਨ ਪੋਲਿਟਿਕਸ ਕਰਦੀ ਪਈ ਤੇ ਇਹ ਕਹਿ ਰਹੇ ਪ੍ਰਧਾਨ ਮੰਤਰੀ ਸਾਹਿਬ ਨੇ ਪੋਲਿਟਿਕਸ ਕੀਤੀ ਹੈ ਕੀ ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ ਮੈਂ ਤਾਂ ਦੁਬਾਰਾ ਸਵਾਲ ਕਰ ਰਿਹਾ ਤੁਹਾਨੂੰ ਮੈਂ ਕਿਹਾ ਜੀ ਪ੍ਰਧਾਨ ਮੰਤਰੀ ਜੀ ਨੇ ਰਾਜਨੀਤੀ ਉਹਨਾਂ ਨੇ ਸ਼ੁਰੂਆਤ ਵੀ ਇਹ ਗੱਲ ਕੀਤੀ ਕਿ ਇਹ ਸ਼ਰਮਸਾਰ ਕਰਨ ਵਾਲੀ ਗੱਲ ਹੈ ਕਿਸੇ ਵੀ ਚਲੋ ਠੀਕ ਹੈ ਸਰੀਨ ਸਾਹਿਬ ਖਡਿਆਲ ਸਾਹਿਬ ਕੁਝ ਕਹਿਣਾ ਚਾਹ ਰਹੇ ਹਾਂ ਬੋਲੋ ਖਡਿਆਲ ਸਾਹਿਬ ਬੋਲੋ ਇੱਥੇ ਮੈਂ ਸਪਸ਼ਟ ਕਰਦਾ ਆ ਇੱਥੇ ਬਿਆਨ ਹੈ ਹਿੰਦੁਸਤਾਨ ਟਾਈਮਸ ਦੀ ਰਿਪੋਰਟ ਹੈ ਤੇ ਇੱਥੇ ਮੈਂ ਜੇ ਜ਼ੂਮ ਕਰਕੇ ਦਿਖਾ ਸਕਦੇ ਹੋ ਜ਼ੂਮ ਕਰ ਦਿਓ ਨਹੀਂ ਮੈਂ ਇੱਥੇ ਐਂਕਰ ਕੇਪੀਜੀ ਨੂੰ ਦਿਖਾ ਦਿੰਨਾ ਹੈ ਕੇਪੀਜੀ ਇੱਥੇ ਬੜਾ ਕਲੀਅਰਲੀ ਲਿਖਿਆ ਦਿਸ ਇਨਸੀਡੈਂਟ ਮਾਈਟ ਬੀ ਫਰਮ ਰਾਜਸਥਾਨ ਛੱਤੀਸਗੜ੍ਹ ਔਰ ਮਨੀਪੁਰ the culprit should not go scot free ਰਾਜਸਥਾਨ ਤੇ ਛੱਤੀਸਗੜ੍ਹ ਦਾ ਜਦੋਂ ਜ਼ਿਕਰ ਕਰਦੇ ਹੈ ਇਹੀ ਤਾਂ ਪੋਲਿਟਿਕਸ ਹੈ ਇਹੀ ਅਸੀਂ ਕਹਿ ਰਹੇ ਹਾਂ ਵੀ ਜਿੱਥੇ ਦੂਜੇ ਸੂਬਿਆਂ ਨੂੰ ਕੰਪੇਅਰ ਕਰਨ ਦੀ ਬੀਜੇਪੀ ਨੂੰ ਲੋੜ ਪੈ ਰਹੀ ਹੈ ਉਹ ਰਾਜਨੀਤੀਕਰਨ ਹੈ ਇਸ਼ੂ ਦਾ ਉਹ ਪੋਲਿਟਿਸਾਈਜੇਸ਼ਨ ਹੈ ਇਸ਼ੂ ਦੀ ਤੁਸੀਂ ਕਹਿ ਰਹੇ ਹੋ ਜੀ ਗੱਲ ਹੀ ਨਹੀਂ ਹੋਈ ਆ ਬਿਆਨ ਛਾਪਿਆ ਹਿੰਦੁਸਤਾਨ ਟਾਈਮਸ ਦੀ ਰਿਪੋਰਟ ਨੇ ਹੁਣ ਕੀ ਕਹਿਣਾ ਤੁਹਾਡਾ ਦੱਸੋ ਹਾਂ ਸਰੀਨ ਸਾਹਿਬ ਬੋਲੋ ਵੀਡੀਓ ਚਲਾਓ ਮੈਂ ਕਹਿੰਦਾ ਜੀ ਆ ਮੋਦੀ ਸਾਹਿਬ ਦਾ ਆ ਦੇਖ ਲਓ ਕੇਪੀਜੀ ਸਰੀਨ ਸਾਹਿਬ ਤੁਸੀਂ ਕਾਂਗਰਸ ਦੇ ਇਲਜ਼ਾਮਾਂ ਨੂੰ ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਨੂੰ ਖਾਰਜ ਕਰ ਦਿਓ ਨਾ ਕਿ ਪ੍ਰਧਾਨ ਮੰਤਰੀ ਸਾਹਿਬ ਪੋਲਿਟਿਕਸ ਨਹੀਂ ਕਰਦੇ ਨਹੀਂ ਠੀਕ ਹੈ ਸਰੀਨ ਸਾਹਿਬ ਤੁਸੀਂ ਖਾਰਜ ਕਰ ਦਿਓ ਨਹੀਂ ਪੋਲਿਟਿਕਸ ਕਰਦੇ ਪ੍ਰੋਫੈਸਰ ਅਵਨਾਸ਼ ਸਿੰਘ ਇੱਕ ਨਿਊਟਰਲ ਪਰਸਨ ਬੈਠੇ ਸਾਡੇ ਕੋਲੇ ਪੱਤਰਕਾਰ ਨੇ ਸੀਨੀਅਰ ਜਰਨਲਿਸਟ ਨੇ ਪ੍ਰੋਫੈਸਰ ਅਵਨਾਸ਼ ਸਿੰਘ ਪ੍ਰਧਾਨ ਮੰਤਰੀ ਸਾਹਿਬ ਨੇ ਕੋਈ ਰਾਜਨੀਤੀ ਨਹੀਂ ਕੀਤੀ ਸਰ ਉਹਨਾਂ ਤੋਂ ਗਲਤੀ ਸਿਰਫ ਇਹ ਹੋਈ ਕਿ ਉਹ ਉੱਥੇ ਜਾ ਨਹੀਂ ਸਕੇ ਆਪ ਉਹਦੇ ਬਾਰੇ ਬੋਲਣ ਚ ਉਹਨਾਂ ਨੂੰ ਵਕਤ ਲੱਗ ਗਿਆ ਪ੍ਰੋਫੈਸਰ ਅਵਨਾਸ਼ ਹਾਂ ਜੀ ਦੁਨੀਆ 'ਚ ਜਾ ਸਕਦੇ ਆ ਆਪਣੇ ਉੱਥੇ ਤਾਂ ਡਰ ਸੀ ਉੱਥੇ ਡਰ ਇਸ ਲਈ ਸੀ ਔਰ ਚੀਫ ਮਿਨਿਸਟਰ ਨੂੰ ਕਿਉਂ ਰਿਜ਼ਾਈਨ ਕਰਨਾ ਚਾਹੀਦਾ ਸੀ ਪਹਿਲੀ ਗੱਲ ਇਹ ਚੀਫ ਮਿਨਿਸਟਰ ਇੱਕ ਪੁਰਾਣਾ ਜਰਨਲਿਸਟ ਹੈ ਇਹ ਚੀਫ ਮਿਨਿਸਟਰ ਇੱਕ ਫੁੱਟਬਾਲਰ ਹੈ ਦੈਟ ਇਜ਼ ਸਪੋਰਟਸ ਪਰਸਨ ਇਹ ਚੀਫ ਮਿਨਿਸਟਰ ਜਿਹੜਾ ਹੈ ਬਹੁਤ ਸਾਲ BSF ਦੇ ਨਾਲ ਰਿਹਾ ਜੇ ਉਹ ਪੈਰਾਮਿਲਟਰੀ ਫੋਰਸਿਸ ਦੇ ਵਿੱਚ ਸੀ ਅੱਜ ਸਿਚੁਏਸ਼ਨ ਡਿਮਾਂਡ ਕਰਦੀ ਹੈ ਜਦੋਂ ਰਿਜ਼ਾਈਨ ਕਰਨਾ ਸੀ ਕਹਿਤਾ ਵੀ ਮੈਂ ਰਾਜ ਭਵਨ ਜਾ ਰਿਹਾ ਪ੍ਰੀਤੀ ਲੇਡੀਜ਼ stopped him on the way मतलब फिर वही ड्रामा ਅੱਜ ਜਿਹੜੇ ਹੈ 200 ਬੰਦੇ ਮਰ ਚੁੱਕੇ ਨੇ ਜੀ ਔਰ ਉਹਨਾਂ ਚੋਂ 100 ਟ੍ਰਾਈਬਲਸ ਨੇ 100 ਦੇ ਵਿੱਚੋਂ 30 ਟ੍ਰਾਈਬਲ ਜਿਹੜੇ ਨੇ ਉਹ ਆਰਮੀ ਐਕਸ਼ਨ ਦੇ ਵਿੱਚ ਮਰੇ ਨੇ ਜੇ ਤੁਹਾਨੂੰ ਪਤਾ ਹੋਵੇ 2003 ਚ 2017 ਚ ਮਨੀਪੁਰ ਚ ਆਲਰੇਡੀ ਜਿਹੜੀ ਲੇਡੀਜ਼ ਨੇ ਦੇ ਹੈਵ ਬੀਨ ਆਊਟ ਔਨ ਸਟਰੀਟ ਇੱਕ ਵਾਰੀ ਤਾਂ ਉਹ ਆਪ ਲਾ ਕੇ ਆਏ ਸੀ ਉੱਥੇ ਪ੍ਰੋਬਲਮ ਕੀ ਹੈ ਕੋਈ ਗੱਲ ਸੁਣ ਵਾਲੇ ਨਹੀਂ ਹੈਗੇ ਮੈਂ ਤੁਹਾਨੂੰ ਇੱਕ ਇਨਸੀਡੈਂਟ ਦੱਸਣਾ ਇੱਕ ਬੰਦਾ 90s ਦੇ ਵਿੱਚ ਜਿਹੜਾ ਹੈ ਚੀਫ ਸੈਕਟਰੀ ਸੀ ਦਿੱਲੀ ਦਾ ਆਦਮੀ ਹੈ ਪੰਜਾਬ ਦਾ ਬੰਦਾ ਹੈ ਜਿਹਨੇ ਜਦੋਂ ਕਲਮਾਤੀ ਨੇ ਕਾਮਨਵੈਲਥ ਗੇਮ ਖੇਡੀ ਸੀ ਮੈਂ ਜਰਨੈਲ ਸਿੰਘ ਦੀ ਗੱਲ ਕਰ ਰਿਹਾ ਕਿੰਨੀ ਦੇਰ ਚੀਫ ਸੈਕਟਰੀ ਗਿਆ ਉੱਥੇ ਪੀਸ ਸੀ ਉੱਥੇ ਪੀਸ ਸੀ ਉਹ ਬੰਦਾ ਅੱਜ ਵੀ ਦਿੱਲੀ ਦੇ ਵਿੱਚ ਬੈਠਾ ਉਹਨੂੰ ਲੱਭ ਲਓ ਤੁਹਾਨੂੰ ਉਹ ਸੋਲੂਸ਼ਨ ਦੱਸ ਦੇਗਾ ਬਿਕੋਜ਼ ਹੀ ਹੈਜ਼ ਬੀਨ ਉਹ ਉੱਥੋਂ ਦੀ ਮਨੀਪੁਰ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਵੀ ਰਿਹਾ till about 3 years back ਚਲੋ ਪ੍ਰੋਫੈਸਰ ਨਾਸ ਇੱਕ ਜਿਹੜੀ ਗੱਲ ਤੁਸੀਂ ਕਹੀ ਹੈ ਇੱਕ ਮਿੰਟ ਪਲੀਜ਼ ਇੱਕ ਮਿੰਟ ਪ੍ਰੋਫੈਸਰ ਨਾਸ ਸਿੰਘ ਇੱਕ ਮਿੰਟ ਸਰੀਨ ਸਾਹਿਬ ਇੱਕ ਮਿੰਟ ਪ੍ਰੋਫੈਸਰ ਨਾਸ ਇੱਕ ਜਿਹੜੀ ਗੱਲ ਤੁਸੀਂ ਕਹੀ ਹੈ ਜਿਹੜੀ ਗੱਲ ਹੀ ਨਹੀਂ ਹੈ
ਪ੍ਰੈਸ ਤੁਸੀਂ ਤਾਂ ਇਹਨੂੰ ਜਸਟੀਫਾਈ ਪ੍ਰੈਸ ਇੱਕ ਜਿਹੜੀ ਤੁਸੀਂ ਗੱਲ ਕਹੀ ਹੈ ਮੁੱਖ ਮੰਤਰੀ ਬਾਰੇ, ਮਿਸਟਰ ਬਰੇਨ ਬਾਰੇ, ਕਿ ਉਹਨਾਂ ਨੇ ਆਹ ਕੁਝ ਕੀਤਾ ਹੋਇਆ, ਇੱਥੇ ਤੇ ਐਸੋਸੀਏਟ ਰਹੇ ਆ। ਸਰ ਹੋ ਸਕਦਾ ਮੁੱਖ ਮੰਤਰੀ ਤਿਆਰ ਹੋਣ ਕਿ ਮੇਰਾ ਰਿਜ਼ਾਈਨ ਲੈ ਲਓ, ਤੇ ਹੋ ਸਕਦਾ ਕਿ ਹਾਈ ਕਮਾਂਡ ਨੇ ਮਨਾ ਕਰਤਾ ਵੀ ਨਹੀਂ ਰਿਜ਼ਾਈਨ ਲੈਣਾ ਤੁਹਾਡਾ। ਦੱਸੋ ਪ੍ਰੈਸ ਸਿੰਘ। ਇਹਨੂੰ ਡਰਾਮਾ ਕਰਨ ਦੀ ਕੀ ਜ਼ਰੂਰਤ ਸੀਗੀ? ਹਾਂ, ਸਾਰਾ ਕੰਮ ਲੇਡੀਜ਼ ਵੱਲੋਂ ਹੈ। ਇਟ ਸਟਾਰਟਸ ਵਿਦ ਅ ਫੇਕ ਵੀਡੀਓ। ਅਗਲੇ ਦਿਨ ਤੁਸੀਂ ਕਹਿੰਦੇ ਹੋ ਉਹ ਵੀਡੀਓ ਤਾਂ ਫੇਕ ਸੀ, ਤੁਸੀਂ ਰੀਅਲ ਕੰਮ ਕਰ ਲਿਆ ਜਿਹਦੇ ਚ ਭਾਈ ਜੀ ਵੀਡੀਓ ਇੱਕ ਮੈਂ ਵੀਡੀਓ ਦਿਖਾਦਾ। ਹਾਂ, ਇੱਕ ਮੇਰੀ ਬੇਨਤੀ ਹੈ, ਇੱਥੇ ਸਰੀਨ ਸਾਹਿਬ ਨੇ ਕਿਹਾ ਸੀਗਾ ਵੀਡੀਓ ਦਿਖਾ ਦਿਓ, ਇੱਥੇ ਵੀਡੀਓ ਸੁਣ ਲੈਣ ਸਰੀਨ ਸਾਹਿਬ ਤੇ ਫਿਰ ਜਵਾਬ ਦੇਣ। अपने माइक दे कोले कर लो। कानून व्यवस्था को और मजबूत करें, खास करके हमारी माताओं बहनों की रक्षा के लिए कठोर से कठोर कदम उठाएं। घटना चाहे राजस्थान की हो, एक सेकंड जी, एक सेकंड। छत्तीसगढ़ की हो, घटना चाहे मणिपुर की हो। सुन लो ਇਹਦੇ एक मिनट जी, एक मिनट आ लाइन सुन लो। राजस्थान ते छत्तीसगढ़ दा जिक्र कर रहे मोदी साहब। आ सुन लो माइक दे विच सुन लो ना, हुन सुनो ना, हुन सुन लो, हुन सुन लो, हुन सुन लो। आ देखो ਮੈਂ ਤੁਹਾਨੂੰ ਦੱਸਣਾ ਦੇਸ਼ ਦੇ ਸਾਰੇ सर हुन बीजेपी कोले जवाब नहीं है। आ इत्थे मोदी साहब कह रहे वैसे राजस्थान और छत्तीसगढ़ और मणिपुर। ਖੜਿਆਲ ਸਾਹਿਬ ਇਹ ਆਪਣੇ चलो मैं एक ब्रेक ले लवां, एक ब्रेक ले लवां, ब्रेक तो बाद वापस आ जाना, मैंने ब्रेक ले लवां, मैं ब्रेक ले लेना तो सारे दर्शक देखते पे सब कुछ उन्होंने पता ਤੁਹਾਡਾ ਦਰਸ਼ਕ ਬੜਾ ਸਿਆਣਾ ਹੈਗਾ। ਪਰ ਇਸ ਵਕਤ ਇਸ ਮੁੱਦੇ ਤੇ ਡਿਬੇਟ ਕਰਦਿਆਂ ਵਕਤ, ਬਹਿਸ ਕਰਦਿਆਂ ਵਕਤ, ਚਰਚਾ ਕਰਦਿਆਂ ਵਕਤ ਜਿਹੜੀ ਸਾਨੂੰ ਸੰਵੇਦਨਸ਼ੀਲਤਾ ਦਿਖਾਣੀ ਚਾਹੀਦੀ ਹੈ ਉਹ ਵੀ ਕਿਤੇ ਨਾ ਕਿਤੇ ਮੈਨੂੰ ਆਊਟ ਲੱਗਦੀ ਪਈ ਹੈ। ਜਦੋਂ ਇਹੋ ਜਿਹੇ ਸਵਾਲ ਸਾਡੇ ਸਾਹਮਣੇ ਆਉਂਦੇ ਆ ਸਾਡਾ ਸਿਰ ਸ਼ਰਮ ਨਾਲ ਝੁਕਦਾ। ਵਾਪਸ ਆ ਜਾਓ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਮਣੀਪੁਰ ਹਿੰਸਾ ਤੋਂ ਮੁਲਕ ਨੂੰ ਮਿਲੇ ਦਰਦ ਨੇ ਕਿਸ ਕਿਸ ਨੂੰ ਨੰਗਾ ਕੀਤਾ। ਹਾਂ ਸਰੀਨ ਸਾਹਿਬ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਸਰੀਨ ਸਾਹਿਬ ਜੋ ਸੁਪਰੀਮ ਕੋਰਟ ਨੇ ਸਿਓਮੋਟੋ ਲਿਆ ਸਰ, ਤੁਸੀਂ ਉਹਦਾ ਵੈਲਕਮ ਕਰਦੇ ਹੋ ਸਰੀਨ ਸਾਹਿਬ? ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਚੀਜ਼ ਦੇ ਉੱਤੇ ਦੇਸ਼ ਦਾ ਹਰ ਨਾਗਰਿਕ ਚਿੰਤਿਤ ਆ, ਦੇਸ਼ ਦਾ ਹਰ ਨਾਗਰਿਕ ਚਾਹੇਗਾ ਇਦਾਂ ਦੇ ਲੋਕਾਂ ਨੂੰ ਸਜ਼ਾ ਵੀ ਹੋਣੀ ਚਾਹੀਦੀ ਹੈ। ਜਿਹੜੀ ਵੀ ਸਰਕਾਰ ਹੋ ਉਹਨੂੰ ਆਪਣਾ ਕਠੋਰ ਸਖਤ ਕਦਮ ਚੁੱਕਣੇ ਚਾਹੀਦੇ। ਉਹ ਸਾਡੀ ਸਰਕਾਰ ਹੈ, ਸਾਡੀ ਜ਼ਿੰਮੇਵਾਰੀ ਅਸੀਂ ਚੁੱਕਾਂਗੇ। ਮੈਂ ਬੇਸਿਕਲੀ ਇਹ ਗੱਲ ਕਹਿਣਾ ਚਾਹੁੰਦਾ ਹੈ ਕਿ ਸਰਕਾਰ ਅੱਜ ਲੋਕ ਸਭਾ ਦੇ ਪਟਲ ਤੇ ਚਰਚਾ ਕਰਾਉਣਾ ਚਾਹੁੰਦੀ ਸੀ। ਜੇ ਸਰਕਾਰ ਦੀ ਇੰਨੀ ਨਾਕਾਮ, ਬੇਸਿਕਲੀ ਪੋਲੀਟੀਕਲ ਪਾਰਟੀਆਂ ਮੀਡੀਆ ਲੀਡ ਲੈਣ ਦੇ ਲਈ ਹੌ ਹੱਲਾ ਮਚਾ ਰਹੀਆਂ। ਜੇ ਸਰਕਾਰ ਦੀ ਨਾਕਾਮੀ ਸੀ, ਸਰਕਾਰ ਦੀ ਵਿਫਲਤਾ ਸੀ, ਸਰੀਨ ਮੈਂ ਕੋਈ ਗੱਲ ਕਹਿ ਲਵਾਂ? ਚਲੋ ਬੋਲੋ। ਸਰਕਾਰ ਕਮਜ਼ੋਰ ਸੀ, ਸਰਕਾਰ ਦਾ ਇੱਛਾ ਸ਼ਕਤੀ ਨਹੀਂ ਸੀ, ਸਰਕਾਰ ਕਰਨਾ ਨਹੀਂ ਚਾਹੁੰਦੀ ਸੀ। ਲੋਕ ਸਭਾ ਦੇ ਪਟਲ ਤੇ ਜਦੋਂ ਬਹਿਸ ਹੋਣੀ ਸੀ ਇਸ ਵਿਸ਼ੇ ਤੇ, ਪੂਰੇ ਦੇਸ਼ ਨੇ, ਦੁਨੀਆ ਨੇ ਦੇਖਣਾ ਸੀ। ਹਰ ਪ੍ਰਕਾਰ ਦੀ ਨਾਕਾਮੀ ਵੀ ਸਾਹਮਣੇ ਆਣੀ ਸੀ ਔਰ ਸੱਚਾਈ ਵੀ ਸਾਹਮਣੇ ਆਣੀ ਸੀ ਤੇ ਦੁਨੀਆ ਨੂੰ ਪਤਾ ਲੱਗਣ ਦਿੰਦੀਆਂ ਪਾਰਟੀਆਂ। ਚਲੋ ਮੈਨੂੰ ਸਰੀਨ ਸਾਹਿਬ ਮੈਨੂੰ ਇੱਕ ਚੀਜ਼ ਦੱਸੋ, ਚੱਲੀ ਕਿੱਥੇ ਤੱਕ ਪਹੁੰਚੀ ਔਰ ਕੀ ਹੈ? ਕਿਉਂਕਿ ਲੋਕ ਸਭਾ ਦੇ ਉੱਤੇ ਪਟਲ ਦੇ ਉੱਤੇ ਦੁਨੀਆ ਦੇ ਸਾਹਮਣੇ ਮੀਡੀਆ ਦੇ ਸਰੀਨ ਸਾਹਿਬ FIR ਵਿੱਚ ਕਿੰਨੇ ਜਣਿਆਂ ਦਾ ਜ਼ਿਕਰ ਕੀਤਾ ਗਿਆ ਤੁਹਾਨੂੰ ਪਤਾ ਇਸ ਗੱਲ ਦਾ ਸਰੀਨ ਸਾਹਿਬ? ਤੇ ਫੜੇ ਕਿੰਨੇ ਜਣੇ ਆ ਸਰ? ਉਸੇ ਗੱਲ ਐਕਸ਼ਨ ਕਿੰਨੇ ਜਣੇ ਤੇ ਹੋਇਆ ਸਰ? ਦੇਖੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਜਿਹੜੀ ਗੱਲ ਮੇਰੇ ਮੂੰਹ ਚ ਪਾਉਣਾ ਚਾਹੁੰਦੇ ਹੋ, ਮੈਂ ਤੁਹਾਨੂੰ ਇਹ ਕਹਿਣਾ ਪਿਆ ਸਰ ਮੂੰਹ ਚ ਨਹੀਂ ਪਾ ਰਿਹਾ ਸਰ, ਤੁਸੀਂ ਵਕਾਲਤ ਦੇ ਜਾਣਕਾਰ ਹੋ, ਕਾਨੂੰਨ ਦੇ ਜਾਣਕਾਰ ਹੋ ਸਰ, ਤੁਸੀਂ ਤਿੰਨੇ ਪਾਰਟੀਆਂ। ਮੈਂ ਕਿਹਾ ਆਥੈਂਟੀਕੇਟ ਜਿਹੜਾ ਬੰਦਾ ਹੋਊਗਾ ਕਿ ਕਿਸੇ ਨੂੰ ਫੜ ਦੇਣਾ ਉਹਦੇ ਸਰ ਵੀਡੀਓ ਚ ਦੇਖਦੇ ਪਏ ਸਰ, ਬੰਦੇ ਹੈ ਲੱਭਣੇ ਪੈਣੇ ਸਰ ਆਪਾਂ ਨੂੰ ਸਰੀਨ ਸਾਹਿਬ। ਵੀਡੀਓ ਦੇ ਵਿੱਚ ਜਿਹੜੇ ਲੋਕ ਹੈ ਜਿਹੜੇ ਇਹ ਕਰ ਰਹੇ ਹੈ ਉਹਦੇ ਵਿੱਚ ਕਿ ਕਿਸੇ ਦਾ ਕ੍ਰਾਈਮ ਕਰਤਾ ਨਜ਼ਰ ਆ ਰਿਹਾ ਕਿ ਕੀ ਇਸ ਬੰਦੇ ਨੇ ਚਲੋ ਮੈਨੂੰ ਸਰੀਨ ਸਾਹਿਬ ਮੈਨੂੰ ਇੱਕ ਚੀਜ਼ ਦੱਸੋ। ਸਰੀਨ ਸਾਹਿਬ ਮੈਂ ਤੁਸੀਂ ਸਰ ਬੜੇ ਕਾਨੂੰਨ ਦੇ ਜਾਣਕਾਰ ਹੋ ਸਰ। ਇੱਕ ਮਿੰਟ ਸੁਣ ਤਾਂ ਲਓ ਨਾ ਸਰੀਨ ਸਾਹਿਬ। ਸਰ ਸਵਾਲ ਤਾਂ ਸੁਣ ਲਓ ਨਾ ਸਰ, ਸਵਾਲ ਤਾਂ ਸੁਣ ਲਓ। ਆਪਾਂ ਸਵਾਲ ਸੁਣਨ ਦਾ ਮਾਦਤ ਰੱਖੀਏ ਨਾ ਸਰੀਨ ਸਾਹਿਬ ਜਿਹੜਾ ਹਰਕਤ ਹੋ ਰਹੀ ਹੈ ਉਸ ਨੂੰ ਜਿਹੜਾ ਸਪੋਰਟ ਕਰਦਾ ਹੈ ਕਿ ਉਹਦੀ ਹਿੱਸੇਦਾਰੀ ਨਹੀਂ ਹੁੰਦੀ ਸਰ? ਮੈਨੂੰ ਦੱਸੋ ਸਰੀਨ ਸਾਹਿਬ। ਮੈਂ ਕਿਹਾ ਜਿਹੜਾ ਇਦਾਂ ਦੀ ਕੁਰੀਤੀ ਨੂੰ ਸਪੋਰਟ ਕਰਦਾ ਹੈ ਜਾਂ ਡਾਇਰੈਕਟ ਔਰ ਇਨਡਾਇਰੈਕਟ ਉਹਨੂੰ ਸੰਰਕਸ਼ਣ ਦਿੰਦਾ ਹੈ, ਉਹ ਸਮਾਜ ਉਹ ਜਿਹੜਾ ਸੋਸ਼ਲ ਐਨੀਮਲ। ਚਲੋ ਠੀਕ ਹੈ। ਹਾਂ ਸ਼ਸ਼ੀਵੀਰ ਬੋਲੋ ਕੀ ਕਹਿਣਾ ਚਾਹ ਰਹੇ ਹੋ? ਸ਼ਸ਼ੀਵੀਰ ਮੈਂ ਆ ਰਿਹਾ, ਪ੍ਰੈਸ ਸਾਹਿਬ ਆ ਰਿਹਾ। ਬਿਲਕੁਲ, ਇੱਕ ਤਾਂ ਪਹਿਲੀ ਗੱਲ ਤਾਂ ਵਿਦ ਡਿਊ ਰਿਸਪੈਕਟ ਸਰੀਰ ਸਾਹਿਬ ਨੇ ਇੱਕ ਬੜਾ ਸ਼ੇਮਫੁਲ ਰਿਪਲਾਈ ਦਿੱਤਾ ਇਸ ਇਨਸੀਡੈਂਟ ਨੂੰ ਲੈ ਕੇ, ਜਿਹੜਾ ਮੈਂ ਬਾਰ-ਬਾਰ ਰਿਪੋਰਟ ਕਰ ਰਿਹਾ ਕਿ
ਇਹਨੂੰ ਜਿਸ ਤਰੀਕੇ ਨਾਲ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਕਹਿ ਰਹੇ ਕਿ ਵੀਡੀਓ 'ਚ ਕੋਈ ਐਕਟ ਕਰਦਾ ਦਿਖਾਈ ਦੇ ਰਿਹਾ ਹੈ। ਤੁਸੀਂ ਜਿਹੜੇ ਵੀ ਬੰਦੇ ਉਸ ਚੀਜ਼ ਨੂੰ ਲੈ ਕੇ ਤੁਸੀਂ ਈਵਨ ਨਿਊਡਿਟੀ ਤੁਸੀਂ ਲੈ ਕੇ ਅਗਰ ਤੁਸੀਂ ਉਹਨਾਂ ਨੂੰ ਜਾ ਰਹੇ ਹੋ, ਉਸ ਇਨਸੀਡੈਂਟ ਤੋਂ ਬਾਅਦ ਕੀ ਹੋਇਆ ਈਵਨ ਸਾਡੇ ਕੋਲ ਸ਼ਬਦ ਨਹੀਂ ਹੈ ਦੱਸਣ ਵਾਸਤੇ। ਉਸ ਇਨਸੀਡੈਂਟ ਨੂੰ ਤੁਸੀਂ ਡਿਫਾਈਨ ਕਰਨ ਵਾਸਤੇ ਤੁਸੀਂ ਚਾਹੇ ਛੱਤੀਸਗੜ੍ਹ ਨਾਲ ਕੰਪੇਅਰ ਕਰ ਲਓ, ਚਾਹੇ ਤੁਸੀਂ ਰਾਜਸਥਾਨ ਨਾਲ ਕੰਪੇਅਰ ਕਰ ਲਓ, ਪਰ ਇੱਕ ਚੀਜ਼ ਬਿਲਕੁਲ ਕਲੀਅਰ ਹੈ ਤੁਹਾਡੀ ਇੰਟੈਂਸ਼ਨ ਕੋਈ ਕਿਸੇ ਨਾਲ ਕੰਪੇਅਰ ਨਹੀਂ ਕਰ ਰਿਹਾ। ਅੱਜ ਹੀ ਸਰ 30 ਦਿਨ ਦਾ ਪੈਰੋਲ ਮਿਲਿਆ ਰਾਮ ਜੀ, ਇਹ compare ਇੱਕ ਮਿੰਟ ਸਰ ਸਰੀਨ ਸਾਹਿਬ, ਇੱਕ ਮਿੰਟ ਆਪਾਂ ਦੂਜਾ ਪੱਖ ਵੀ ਸੁਣਨਾ ਸਰ। ਮੇਰੀ ਜ਼ਿੰਮੇਵਾਰੀ ਹੈ ਸਰ, ਮੇਰੀ ਜ਼ਿੰਮੇਵਾਰੀ ਹੈ ਡਿਬੇਟ ਨੂੰ ਚਲਾਉਣਾ। ਹਾਂ ਬੋਲੋ ਸ਼ਸ਼ੀ ਵੀਰ ਜੀ। ਪਹਿਲੀ ਗੱਲ, ਅੱਜ 30 ਦਿਨ ਦਾ ਸਰ ਇੱਕ ਪੈਰੋਲ ਮਿਲ ਗਿਆ ਰਾਮ ਰਹੀਮ ਨੂੰ। ਉਹ ਕਿਹੜੇ ਇਨਸੀਡੈਂਟ ਦੇ ਵਿੱਚ ਅੰਦਰ ਹੈ, ਉਹ ਕਿਹੜੇ ਬੰਦੇ ਤੁਸੀਂ ਉਹਨਾਂ ਨੂੰ ਪਹਿਲਾਂ ਮਾਫੀਆ ਦਿਵਾਉਣ ਵਾਲੇ ਪਾਸੇ ਤੁਰ ਗਏ। ਬਟ ਮੈਂ ਕਹਿ ਰਿਹਾ ਕਿ ਲਗਾਤਾਰ ਇਹਨਾਂ ਇਨਸੀਡੈਂਟ ਦੇ ਵਿੱਚ ਚਾਹੇ ਸੁਪਰੀਮ ਕੋਰਟ ਵੀ ਇੰਟਰਫੇਅਰ ਕਰ ਲੇ, ਜਦੋਂ ਸੁਪਰੀਮ ਕੋਰਟ ਨੇ ਰੈਸਲਰ ਵਾਲੇ ਮਾਮਲੇ 'ਚ ਇੰਟਰਫੇਅਰ ਕੀਤਾ, FIR ਦਰਜ ਕਰਵਾਈ, ਕੋਈ ਅਰੈਸਟ ਨਹੀਂ ਪਈ, ਪ੍ਰੋਪਰ ਟਾਈਮ ਦਿੱਤਾ ਗਿਆ ਬੇਲ ਕਰਵਾਉਣ ਵਾਸਤੇ। ਉਸ ਤੋਂ ਬਾਅਦ ਅੱਜ ਤੱਕ ਦੇਖੋ ਕਿਸ ਤਰੀਕੇ ਉਹਨਾਂ ਦੇ ਹੌਸਲੇ ਬੁਲੰਦ ਹੋ ਗਏ ਨੇ। ਸੋ ਇਸ ਤਰੀਕੇ ਅਗਰ ਤੁਸੀਂ ਪ੍ਰਵੋਕ ਕਰੋਗੇ ਸਿਰਫ ਭਾਸ਼ਣ ਦੇਣ ਦੇ ਨਾਲ, ਸਿੰਪਥੀ ਜਤਾਉਣ ਦੇ ਨਾਲ ਕੋਈ ਕਾਰਵਾਈਆਂ ਬੰਦ ਨਹੀਂ ਹੋਣੀਆਂ, ਤੁਹਾਨੂੰ ਐਕਟ ਕਰਨਾ ਪੈਣਾ ਹੈ। ਮੈਂ ਬਾਰ-ਬਾਰ ਕਹਿ ਰਿਹਾ ਕਿ ਜਸਟ ਇੱਕ ਇਨਸੀਡੈਂਟ ਹੈ ਜਿਹੜਾ ਰਿਪੋਰਟ ਹੋ ਗਿਆ ਵੀਡੀਓ ਦੇ ਵਿੱਚ 100 ਤੋਂ ਵੱਧ ਇਨਸੀਡੈਂਟ ਸੀਐਮ ਨੇ ਆਪ ਕਿਹਾ ਕਿ ਹੋ ਚੁੱਕੇ ਨੇ ਇਹੋ ਜਿਹੇ, ਉਹਨਾਂ ਦੇ ਖਿਲਾਫ ਵੀ ਆਵਾਜ਼ ਚੁੱਕਣੀ ਚਾਹੀਦੀ ਹੈ। ਤਾਂ ਕਮੇਟੀ ਬਣਨੀ ਚਾਹੀਦੀ ਹੈ, ਉਹ FIR ਦੀ ਡਿਟੇਲ ਵੀ ਕਿਹੜੀ ਕਮੇਟੀ ਤੁਸੀਂ ਕਿਹੜੀ ਕਮੇਟੀ ਕਹਿ ਰਹੇ ਹੋ ਤੁਸੀਂ ਸ਼ਸ਼ੀ ਵੀਰ ਬਣਨੀ ਚਾਹੀਦੀ ਹੈ? ਪਰ ਇੱਕ ਪ੍ਰੋਪਰ ਇੱਕ ਕਮੇਟੀ ਬਣੇ ਤਾਂ ਕਿ ਜਿਹੜੇ ਬੰਦੇ ਰਿਪੋਰਟ ਨਹੀਂ ਕਰ ਸਕੇ ਇਨਸੀਡੈਂਟ, ਕਿਉਂਕਿ ਅੱਜ ਵੀ ਸੀਐਮ ਨੇ ਇੱਕ ਨਿੱਜੀ ਚੈਨਲ ਨੂੰ ਕਿਹਾ ਕਿ 100 ਤੋਂ ਵੱਧ ਇਨਸੀਡੈਂਟ ਹੋ ਚੁੱਕੇ ਨੇ ਸਿਮਿਲਰ ਦੇ। ਠੀਕ ਉਹਨਾਂ ਦਾ ਕੀ ਅਗਰ ਜੋ ਕੋਈ FIR ਨਹੀਂ ਹੋਈ ਉਹਨਾਂ ਵਿੱਚ ਤਾਂ ਚਲੋ ਠੀਕ ਹੈ। ਪ੍ਰਸਵ ਨਾਥ ਸਿੰਘ ਦੀ ਸਟੇਟਮੈਂਟ ਲਈ ਫਿਰ ਮਿਸਟਰ ਖੜਿਆਲ ਤੁਹਾਡੀ ਲਾਸਟ ਸਟੇਟਮੈਂਟ ਲਵਾਂਗੇ। ਹਾਂ ਪ੍ਰਸਵ ਨਾਥ ਸਿੰਘ ਬੋਲੋ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਜੀ, ਮਨੀਪੁਰ ਇੱਕ ਇਹੋ ਜਿਹੀ ਸਟੇਟ ਹੈ ਜਿਨੇ ਬਹੁਤ ਸਾਰੇ ਰਿਕਾਰਡ ਇੰਡੀਆ ਲਈ ਰੱਖੇ। ਅੱਜ ਮੈਰੀ ਕਾਮ ਨੂੰ ਛੱਡ ਦਿਓ, ਸਪੋਰਟਸ ਦਾ ਇੱਕ ਟ੍ਰੈਡੀਸ਼ਨ ਹੈ ਮਨੀਪੁਰ ਹਾਕੀ। ਮਨੀਪੁਰ ਹੈਜ਼ ਟੌਟ ਯੂਰਪੀਅਨਸ ਦੀ ਆਰਟ ਆਫ ਪੋਲੋ। ਪੋਲੋ ਜਿਹੜੀ ਹੈ ਇੰਡੀਆ ਦੇ ਵਿੱਚ ਮਨੀਪੁਰ ਤੋਂ ਸ਼ੁਰੂ ਹੋਈ। ਪਿਛਲਾ ਹਾਕੀ ਇੰਡੀਆ ਦਾ ਪ੍ਰੈਜ਼ੀਡੈਂਟ ਮਨੀਪੁਰ ਤੋਂ ਸੀ। मणिपुर ने बहुत अच्छे कम से कम 10 अच्छे बॉक्सर पैदा किए ने। मणिपुर हैज अ ट्रेडिशन। मणिपुर दे विच अज 42 साल पुरानी मणिपुर गोल्डन ट्रांसपोर्ट है जो पंजाब वाले चला रहे ने, और मैं अज भी कहना जिन्नियां टाटा एजेंसी ने उस फैमिली कॉल ने, और अज भी वो कह रहे हैं कि साडे आस पास लोग खड़े हैं साडी को प्रोटेक्ट करनी। मणिपुर इस ਜਿਹੜਾ ਨਾ ਅਸੀਂ ਸਿਆਸਤ ਨੂੰ ਛੱਡ ਕੇ ਮਣੀਪੁਰ ਦੇ ਵਿੱਚ ਸਿਰਫ ਕੁਝ ਨਹੀਂ ਹੈ। ਇਸ ਵੇਲੇ ਬਰਮਾ ਨਾਲ ਉਹਨਾਂ ਤੇ ਬਹੁਤ ਲੱਗਦਾ, ਉਹਨੂੰ ਬੰਦ ਕਰੋ। ਇੱਕ ਦਾਂਦਾ ਹੈਗਾ ਜਿਹਨੂੰ ਅਸੀਂ ਮੋਰੇ ਕਹਿੰਦੇ ਆ, ਮੋਰੇ ਦੇ ਵਿੱਚ ਅੱਜ ਇਹੋ ਜਿਹੇ ਹਾਲਾਤ ਹੈ। ਮੈਂ ਤੁਹਾਨੂੰ ਦੱਸਦਾ, ਇੱਕ ਛੋਟਾ ਜਿਹਾ ਗੁਰਦੁਆਰਾ ਹੈ, ਉਹਨੂੰ ਨੌਨ ਸਿੱਖ ਕਮਿਊਨਿਟੀ ਚਲਾ ਰਹੀ ਹੈ ਔਰ ਬੜੇ ਚੰਗੀ ਤਰ੍ਹਾਂ ਚਲਾ ਰਹੀ ਹੈ। ਲੇਕਿਨ ਮੋਰੇ एक गेटवे है जितों रोहिंग्यास भी आए हुए, और आज भी उथे तिब्बतियन एंड चाइनीज जिहड़ा है कंसंट्रेशन हैगी है एमंग कुकी। लेकिन कुकीज दे नाल बैठ के गल करन दी जरूरत है। जे असी ओपनली कुकीज नाल मिल गए तो सानू ये लगेगा कि सरकार इस वेले को रणनीति कर रही है। ठीक उन्हां नूं डरा के ਹੁਣ इलेक्शन बाइक जीती है, पार्लियामेंट इलेक्शन वेले ਅਸੀਂ दिखा सकते हैं कि ਸਾਡੇ ਕੋਲ ਦਮਖਮਤੀ ਹੈ। मणिपुर is the most progressive state, second largest state in north east। मैं ਤੁਹਾਨੂੰ ਬਾਰ-ਬਾਰ ਕਹਿਣਾ ਚਾਹੁੰਦਾ ਮਣੀਪੁਰ ਦੇ ਵਿੱਚ ਬਹੁਤ ਦਮਖਮ ਹੈ। ਸਾਨੂੰ ਵੀਕ ਕਰਨ ਦੀ ਜ਼ਰੂਰਤ ਨਹੀਂ, ਉਹਨਾਂ ਨੂੰ ਸਟਰੈਂਥਨ ਕਰਨ ਦੀ। ਠੀਕ ਹੈ, ਉਹਨਾਂ ਨਾਲ ਸਿਰ ਜੋੜਨਾ ਪੈਣਾ। ਤੁਸੀਂ ਠੀਕ ਕਹਿ ਰਹੇ ਪ੍ਰਸਵ ਸਿੰਘ, ਬੜੇ ਇੰਪੋਰਟੈਂਟ ਪੁਆਇੰਟ ਹੈ। 1.5 ਮਿੰਟ ਹੈ ਮਿਸਟਰ ਖੜਿਆਲ ਤੁਹਾਡੇ ਕੋਲ। ਧੰਨਵਾਦ ਜੀ। एक तो बहनों की रक्षा के लिए कठोर से कठोर कदम उठाएं। घटना चाहे राजस्थान की हो, घटना चाहे छत्तीसगढ़ की हो, घटना चाहे मणिपुर की हो। लो सुन लिया सरीन साहब, इत्थे बड़ा क्लियरली क्या है, घटना चाहे राजस्थान की हो, घटना चाहे छत्तीसगढ़ की हो, घटना चाहे मणिपुर की हो। हजे तुसी कह रहे सी खड़ियाल साहब कुछ कह ही नहीं है, वीडियो ही नहीं है। ਹੁਣ ਵੀਡੀਓ ਵੀ ਦਿਖਾਤੀ ਤੇ ਨਾਓ ਭਾਰਤੀ ਜਨਤਾ ਪਾਰਟੀ ਸ਼ੁੱਡ ਅਪੋਲੋਜਾਈਜ਼। ਵਨ ਕਿ ਤੁਸੀਂ ਕੁਝ ਕੀਤਾ ਨਹੀਂ, ਉੱਥੇ ਮਹੀਨੇ ਇਨਸੀਡੈਂਟਸ ਹੋਈ ਗਏ ਹੈ। ਮੈਨੂੰ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੱਸੇ ਪਹਿਲਾਂ ਤਾਂ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਨੇ ਸੂਬੇ ਦੇ, ਉਹਨਾਂ ਨੇ ਜਿਹੜੇ
160 ਲੋਕ ਮਾਰੇ ਗਏ ਹੈ, ਉਹਨਾਂ ਨੂੰ ਇਨਸਾਫ ਕਿਵੇਂ ਦੇਣਾ ਤੇ ਹੁਣ ਤੱਕ ਕਿਹਨਾਂ ਨੂੰ ਇਨਸਾਫ ਦਿੱਤਾ? ਪਹਿਲਾ ਸਵਾਲ। ਦੂਜਾ ਸਵਾਲ, ਜਿਹੜੀਆਂ ਮਹਿਲਾਵਾਂ ਦਾ ਰੇਪ ਹੋਇਆ ਉੱਥੇ, ਉਹਨਾਂ ਨੂੰ ਇਨਸਾਫ ਕਦੋਂ ਦੇਣਾ ਹੈ? ਹੁਣ ਤੱਕ ਕੀ ਕੀਤਾ ਉਹਨਾਂ ਲਈ? ਤੀਜਾ ਸਵਾਲ, ਜਿਹੜੇ 50,000 ਦੇ ਨੇੜੇ ਲੋਕ ਡਿਸਪਲੇਸ ਹੋਏ ਹੈ, ਡਿਸਪਲੇਸ, ਉਹਨਾਂ ਬਾਰੇ ਕੀ ਕੀਤਾ ਹੈ ਤੇ ਅੱਗੇ ਕਰਨਾ ਕੀ ਹੈ? ਪਲਾਨ ਆਫ ਐਕਸ਼ਨ ਕੀ ਹੈ? ਇਹ ਮੇਰਾ ਦੂਜਾ ਹੈ। ਹੁਣ ਤੀਜੀ ਗੱਲ, ਆਨਰੇਬਲ ਸੁਪਰੀਮ ਕੋਰਟ ਨੂੰ ਇੰਟਰਵੀਨ ਕਰਨਾ ਪਿਆ। ਇਹਦਾ ਮਤਲਬ ਹੈ ਉਹ ਤਾਂ ਹੀ ਪਿਆ ਨਾ ਕੋਰਟ ਨੂੰ ਇੰਟਰਵੀਨ ਕਰਨਾ ਕਿਉਂਕਿ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ ਸੀਗੀ। ਸਰਕਾਰ ਬਿਜ਼ੀ ਸੀਗੀ, यूएस ट्रैवल करना, अमेरिका जा रहे हैं, इजिप्ट जा रहे हैं, ਹੋਰ ਥਾਵਾਂ ਤੇ। ਇਥੋਂ ਪ੍ਰਾਇੋਰਟੀ ਝਲਕਦੀਆਂ ਕੇਪੀ ਜੀ ਕਿ ਇਹਨਾਂ ਦੀ ਪ੍ਰਾਇੋਰਟੀ ਹੈ ਕੀ, ਜ਼ਰੂਰੀ ਕੀ ਹੈ? ਆਪਦੇ ਦੇਸ਼ ਦੇ ਵਿੱਚ ਤਾਂ ਅੱਗ ਲੱਗੀ ਪਈ ਹੈ। ਇਥੋਂ ਮੈਨੂੰ ਉਹ ਕੋਟ ਯਾਦ ਆਉਂਦਾ ਹੈ ਕਿ ਰੋਮ ਜਲ ਰਿਹਾ ਸੀਗਾ ਤੇ ਨੀਰੂ ਬੰਸਰੀ ਵਜਾ ਰਿਹਾ ਸੀਗਾ। ਅੱਜ ਬੀਜੇਪੀ ਦੀ ਉਹ ਗੱਲ ਹੈ। ਤੇ ਮੈਂ ਇੱਕ ਗੱਲ ਪੁੱਛਦਾ ਇਹਨਾਂ ਨੂੰ ਕਿ 8 ਮਿੰਟ 25 ਸੈਕਿੰਡ ਦਾ ਐਡਰੈਸ ਸੀਗਾ ਮੋਦੀ ਸਾਹਿਬ ਦਾ ਪਾਰਲੀਮੈਂਟ ਦੇ ਵਿੱਚ। 8 ਮਿੰਟ 25 ਸੈਕਿੰਡ ਪੂਰਾ ਐਡਰੈਸ ਤੇ ਦਿੱਤੇ ਸਿਰਫ 36 ਸੈਕਿੰਡ ਉਹਦੇ ਚੋਂ। ਕਿ 36 ਸੈਕਿੰਡ ਹੀ ਤੁਹਾਨੂੰ ਲੱਗਦਾ ਹੈ ਕਿ ਆਪਣਾ ਵਰਥ ਹੈ ਮਨੀਪੁਰ ਇਨਸੀਡੈਂਟ ਲਈ? ਉੱਥੇ ਮਤਲਬ ਲੋਗ ਗੁਹਾਰ ਲਾ ਰਹੇ ਮਦਦ ਦੀ, ਇਹ ਅੱਧਾ ਮਿੰਟ ਦੇ ਰਹੇ ਹੈ। ਇਥੋਂ ਭਾਰਤੀ ਜਨਤਾ ਪਾਰਟੀ ਦੇ ਇੰਟੈਂਸ਼ਨ ਹੈ ਕਿ ਨਹੀਂ ਕੋਈ ਹੈਲਪ ਕਰਨ ਦੀ, ਇਨਸਾਫ ਕਰਨ ਦੀ, ਪਤਾ ਲੱਗ ਜਾਂਦਾ ਹੈ ਹੀ ਨਹੀਂ ਹੈ। ਲਾਸਟ ਚੀਜ਼ ਇਹਨਾਂ ਨੇ ਗੱਲ ਕਹੀ ਜਦੋਂ ਤੁਸੀਂ ਵੀਡੀਓ ਵਾਲਾ ਸਵਾਲ ਪੁੱਛਿਆ, ਕਹਿੰਦੇ ਕ੍ਰਾਈਮ ਕਰਦੇ ਨਜ਼ਰ ਆ ਰਹੇ ਹੈ। ਮਤਲਬ ਸਰੀਨ ਸਾਹਿਬ ਤੁਸੀਂ ਲਾਅ ਕੀਤੀ ਹੈ, ਕ੍ਰਾਈਮ ਨਜ਼ਰ ਨਹੀਂ ਆ ਰਹੇ। ਜੇ ਉਹਨਾਂ ਤੇ ਸ਼ੱਕ ਹੈ, ਵੀਡੀਓ 'ਚ ਦਿਖ ਰਹੇ ਹੈ, ਆਇਡੈਂਟੀਫਾਈ ਕਰਕੇ ਤੇ ਉਹਨਾਂ ਨੂੰ ਅੰਦਰ ਦਿਓ, ਪੁੱਛਤਾਛ ਕਰੋ, ਇਨਵੈਸਟੀਗੇਟ ਕਰੋ। ਕਰ ਨਹੀਂ ਰਹੇ ਕਿਉਂਕਿ ਮਨਸ਼ਾ ਨਹੀਂ ਹੈ, ਇੰਟੈਂਸ਼ਨ ਨਹੀਂ ਹੈ। ਸਰੀਨ ਸਾਹਿਬ ਮਸਲਾ ਇਨਸਾਫ ਦਾ ਹੈ। ਹੁਣ ਜੋ ਕੁਝ ਸਾਡੇ ਸਾਹਮਣੇ ਆ ਚੁੱਕਿਆ ਸਰੀਨ ਸਾਹਿਬ, ਤੁਹਾਡੇ ਕੋਲ ਸਾਰੇ ਐਵੀਡੈਂਸ ਪਏ ਆ। ਹੁਣ ਤੁਸੀਂ ਇਹ ਕਹਿ ਕੇ ਪਿੱਛਾ ਨਹੀਂ ਛੁਡਾ ਸਕਦੇ ਤੇ ਪਿਓਰਲੀ ਪੋਲਿਟਿਕਸ ਹੋ ਰਹੀ ਹੈ। ਪੋਲਿਟਿਕਸ ਨਹੀਂ ਹੋ ਰਹੀ ਸਰ, ਸਭ ਕੁਝ ਦਿਸਦਾ ਪਿਆ ਤੁਹਾਨੂੰ ਸਰੀਨ ਸਾਹਿਬ। ਪੋਲਿਟਿਕਸ ਨਹੀਂ ਹੈ, ਸਾਨੂੰ ਪ੍ਰੂਵ ਕਰਨਾ ਪਏਗਾ ਕਿ ਸਰਕਾਰ ਕਮਿਟਡ ਹੈ ਜਸਟਿਸ ਦੇਣ ਦੇ ਲਈ, ਔਰ ਅਸੀਂ ਪ੍ਰੂਵ ਕਰਾਂਗੇ। ਇਹਦੇ ਚ ਅਰੈਸਟ ਵੀ ਜੇ ਹੋਇਆ, ਇੱਕ ਬੰਦਾ ਕੀਤਾ ਹੈ ਜੋ ਮੈਨੂੰ ਲੇਟੈਸਟ ਰਿਪੋਰਟਸ ਮਿਲ ਰਹੀਆਂ ਹੈ, ਇੱਕ ਬੰਦਾ ਅਰੈਸਟ ਕੀਤਾ ਹੈ। ਇਹਦੇ ਵਿੱਚ ਜਿਹੜੇ ਹੋਰ ਵੀ ਕੋਈ ਦੋਸ਼ੀ ਹੈ, ਦੇਖੋ ਇਹ ਗੱਲ ਕਰ ਰਹੇ ਸੀਗੇ ਕਿ ਪ੍ਰਧਾਨ ਮੰਤਰੀ ਜੀ ਨੇ ਕੋਡ ਕੀਤਾ ਹੈ। ਪ੍ਰਧਾਨ ਮੰਤਰੀ ਜੀ ਨੇ ਸਾਰੇ ਦੇਸ਼ ਦੇ ਮੁੱਖ ਮੰਤਰੀਆਂ ਨੂੰ ਕਿਹਾ, ਔਰ ਸਾਡੀ ਸਰਕਾਰ ਸਖਤੀ ਦੇ ਨਾਲ ਇਸ ਕ੍ਰਾਈਮ ਦੇ ਲਈ ਤਾਂ ਪਹਿਲਾਂ ਹੀ ਸਕਰੀਅਤਾ ਦੇ ਨਾਲ ਕੰਮ ਕਰਦੀ ਹੈ ਪੂਰੇ ਦੇਸ਼ ਦੇ ਅੰਦਰ ਕਿਤੇ ਵੀ ਹੋਵੇ, ਔਰ ਹਰ ਪ੍ਰਕਾਰ ਦੇ ਕ੍ਰਾਈਮ ਨੂੰ ਅਸੀਂ ਜ਼ੀਰੋ ਟੋਲਰੈਂਸ ਤੇ ਕੰਮ ਕਰ ਰਹੇ ਹਾਂ। ਔਰ ਆਪਣੇ ਮਨੀਪੁਰ ਦੇ ਲੋਕਾਂ ਨੂੰ ਵੀ ਇਨਸਾਫ ਮਿਲੇਗਾ, ਔਰ ਜਿਹੜੇ ਹੱਕੀ ਦੋਸ਼ੀ ਹੋਣਗੇ, ਖਾਨਾ ਪੂਰਤੀ ਜਿਹੜੇ ਹੱਕੀ ਦੋਸ਼ੀ ਹੋਣਗੇ, ਉਹ ਕਿਸੇ ਵੀ ਕੀਮਤ ਤੇ ਕਿਸੇ ਵੀ ਪੈਰਾਮੀਟਰ ਤੇ ਬਖਸ਼ੇ ਨਹੀਂ ਜਾਣਗੇ। ਚਲੋ ਮੈਂ ਵੈਸੇ ਮੈਨੂੰ ਇੱਕ ਚੀਜ਼ ਦੱਸੋ ਸਰੀਨ ਸਾਹਿਬ, ਸ਼ਰਮ ਆਈ ਸਰ ਉਹ ਤਸਵੀਰਾਂ ਦੇਖ ਕੇ? ਮੈਂ ਕਿਹਾ ਜੀ ਇਹ ਪੂਰੇ ਸਮੂਹ ਮਾਨਵਤਾ ਲਈ ਸ਼ਰਮਸਾਰ ਵਾਲੀ ਕਰਨ ਵਾਲੀਆਂ ਤਸਵੀਰਾਂ, ਜਿਹਦੇ ਲਈ ਪ੍ਰਧਾਨ ਮੰਤਰੀ ਜੀ ਨੇ ਵੀ ਕਿਹਾ ਤੁਸੀਂ ਅਸੀਂ ਇੱਕ ਭੈਣਾਂ ਦੇ ਭਰਾ ਵੀ ਹੈ, ਅਸੀਂ ਮਾਵਾਂ ਦੇ ਪੁੱਤ ਵੀ ਹੈ। ਇਹਨਾਂ ਚੀਜ਼ਾਂ ਦੇ ਉੱਤੇ ਕੋਈ ਵੀ ਦੋਸ਼ੀ ਹੋਵੇ, ਚਲੋ ਮੈਂ ਰਾਜਨੀਤੀ ਤੋਂ ਉੱਪਰ ਉੱਠ ਕੇ ਕਹਿੰਦਾ, ਚਲੋ ਮੈਂ ਉਮੀਦ ਕਰਦਾ ਫਿਰ ਵੀ ਮੈਂ ਉਮੀਦ ਕਰਦਾ ਕਿ ਤੁਸੀਂ ਲੋਕ ਕਾਰਵਾਈ ਕਰੋਗੇ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਇਹੋ ਜਿਹਾ ਦਰਦ ਸਾਡੇ ਦੇਸ਼ ਦੇ ਅੱਗੇ ਸਾਨੂੰ ਦਿੱਤਾ ਹੈਗਾ। ਪ੍ਰਸਵਨਾਥ ਸਿੰਘ ਬਹੁਤ ਧੰਨਵਾਦ ਤੁਹਾਡਾ, ਅਸ਼ੋਕ ਸਿੰਘ ਤੁਹਾਡਾ ਬਹੁਤ ਧੰਨਵਾਦ, ਮਿਸਟਰ ਖੜਿਆਲ ਤੁਹਾਡਾ ਬਹੁਤ ਧੰਨਵਾਦ, ਸ਼ਸ਼ੀਵੀਰ ਤੁਹਾਡਾ ਬਹੁਤ ਧੰਨਵਾਦ। ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਜਦੋਂ ਮੈਂ ਡਿਬੇਟ ਬਾਰੇ ਸੋਚ ਰਿਹਾ ਸੀਗਾ, ਇਸ ਡਿਬੇਟ ਕਰਨੀ ਸਾਨੂੰ ਸਮਝ ਨਹੀਂ ਆ ਰਿਹਾ ਸੀਗਾ ਸਿਸਟਮ ਨੂੰ ਕਿਹੜੇ ਸਵਾਲ ਕਰੀਏ, ਕਿਉਂਕਿ ਸਿਸਟਮ ਤਾਂ ਸਾਰਾ ਇਸ ਤਸਵੀਰਾਂ ਨੇ, ਇਸ ਵੀਡੀਓ ਨੇ ਸਾਡੇ ਸਾਹਮਣੇ ਨੰਗਾ ਕਰਕੇ ਰੱਖ ਦਿੱਤਾ। ਬਹੁਤ